ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਡਾਕਟਰ ਵਿਨय, ਗੋਮਤੀ ਥਾਪਰ ਹਸਪੀਟਲ ਮੋਗਾ ਤੋਂ। ਅੱਜ ਆਪਣੀ ਸੀਰੀਜ਼ ਜੋ ਇੱਕ ਸ਼ਾਰਟ ਸੀਰੀਜ਼ ਚੱਲ ਰਹੀ ਹੈ ਕਾਮਨ ਬਿਮਾਰੀਆਂ ਨੂੰ ਲੈ ਕੇ, ਉਹਦੇ ਵਿੱਚ ਇੱਕ ਹੋਰ ਟੌਪਿਕ ਬਾਰੇ ਡਿਸਕਸ਼ਨ ਕਰਨ ਆਇਆ, ਹਾਈਪਰਟੈਂਸ਼ਨ, ਜਿਹਨੂੰ ਬੀਪੀ ਕਹਿੰਦੇ ਆ ਆਪਾਂ ਲੋਕਲ ਲੈਂਗੁਏਜ 'ਚ। ਤਾਂ ਕੀ ਹੈ ਬੀਪੀ, ਕਿਉਂ ਹੁੰਦਾ ਹੈ, ਅਤੇ ਕੀ ਆਪਾਂ ਚੀਜ਼ਾਂ ਪ੍ਰੀਕਾਸ਼ਨਸ ਲੈ ਸਕਦੇ ਹਾਂ ਬੀਪੀ ਨੂੰ ਕੰਟਰੋਲ ਕਰਨ ਲਈ, ਕੀ ਇਹਦੇ ਸਾਈਡ ਇਫੈਕਟਸ ਨੇ ਬਾਡੀ 'ਤੇ, ਜਾਂ ਕੀ ਇਫੈਕਟਸ ਹੋ ਸਕਦੇ ਆ ਬਾਡੀ 'ਤੇ। ਤਾਂ ਉਹ ਸਭ ਕੁਝ ਆਪਾਂ ਅੱਜ ਡਿਸਕਸ ਕਰਾਂਗੇ ਇੱਕ ਸ਼ਾਰਟ ਵੀਡੀਓ ਰਾਹੀਂ। ਅਗਰ ਕੋਈ ਵੀ ਤੁਹਾਡਾ ਇਨ ਬਿਟਵੀਨ ਕੋਈ ਵੀ ਕੁਐਸਚਨ ਆਉਂਦਾ, ਤੁਸੀਂ ਮੈਨੂੰ ਪੁੱਛ ਸਕਦੇ ਹੋ ਬੀਪੀ ਨੂੰ ਲੈ ਕੇ, ਬਿਕੋਜ਼ ਬੀਪੀ ਬਹੁਤ ਕਾਮਨ ਚੀਜ਼ ਹੈ ਜੋ ਆਪਣੇ ਘਰ ਵਿੱਚ ਓਲਡ ਏਜ ਪੇਸ਼ੈਂਟਸ ਨੂੰ, ਜਾਂ ਫਿਰ ਕੋਈ ਯੰਗ ਵੀ ਕਈ ਵਾਰੀ ਬੀਪੀ ਨਾਲ ਅਫੈਕਟਡ ਹੁੰਦਾ, ਤਾਂ ਤੁਸੀਂ ਉਸ ਨੂੰ ਲੈ ਕੇ ਜੋ ਵੀ ਤੁਹਾਡੇ ਮਨ 'ਚ ਸਵਾਲ ਨੇ ਉਹ ਮੇਰੇ ਤੋਂ ਪੁੱਛ ਸਕਦੇ ਹੋ। ਸੋ ਫਸਟ ਆਫ ਆਲ ਇੰਟਰੋਡਕਸ਼ਨ ਕਰਦੇ ਹਾਂ, ਬੀਪੀ ਹਾਈਪਰਟੈਂਸ਼ਨ ਹੁੰਦਾ ਕੀ ਹੈ। ਤਾਂ ਹਾਈਪਰਟੈਂਸ਼ਨ ਬੇਸਿਕਲੀ ਦੋ ਤਰ੍ਹਾਂ ਦੇ ਬੀਪੀ, ਆਪਾਂ ਜੋ ਡਾਕਟਰਸ, ਅੱਛਾ ਡਾਕਟਰ ਹੋਏਗਾ ਤੁਹਾਨੂੰ ਜ਼ਰੂਰ ਦੱਸੇਗਾ ਕਿ ਦੋ ਤਰ੍ਹਾਂ ਦੇ ਬੀਪੀ ਲੈਵਲਸ ਹੁੰਦੇ ਆ। ਇੱਕ ਸਿਸਟੋਲਿਕ ਮਤਲਬ ਉੱਪਰ ਵਾਲਾ, ਜਾਂ ਇੱਕ ਡਾਇਆਸਟੋਲਿਕ ਜਿਹਨੂੰ ਥੱਲੇ ਵਾਲਾ ਬੀਪੀ ਕਹਿੰਦੇ ਆ। ਇਹਨਾਂ ਦੋਨਾਂ ਦੀ ਇੰਪੋਰਟੈਂਸ ਹੈ। ਐਵੇਂ ਨਹੀਂ ਹੈ ਕਿ ਹਾਂ ਸਿਰਫ ਉੱਪਰ ਵਾਲਾ ਵੱਧ ਰਿਹਾ ਹੈ ਜਾਂ ਥੱਲੇ ਵਾਲਾ ਘਟ ਰਿਹਾ ਹੈ ਜਾਂ ਵੱਧ ਰਿਹਾ ਹੈ। ਉਹ ਇਹਨੂੰ ਸਮਝਣਾ ਜ਼ਰੂਰੀ ਹੈ ਕਿ ਦੋਨੋਂ ਹੀ ਬੀਪੀ ਆਪਣੀ ਬਾਡੀ ਦੇ ਇਫੈਕਟਸ ਉਨਾ ਹੀ ਇਕੁਅਲੀ ਪਾਉਂਦੇ ਹੈ, ਪਲੱਸ ਇਹਨਾਂ ਦੋਨਾਂ ਦਾ ਹੀ ਕੰਟਰੋਲ ਰਹਿਣਾ ਜ਼ਰੂਰੀ ਹੈ। ਐਵੇਂ ਨਹੀਂ ਹੈ ਕਿ ਸਿਰਫ ਉੱਪਰਲਾ ਬੀਪੀ ਵੱਧਦਾ ਮੇਰਾ ਤਾਂ ਥੱਲੇ ਵਾਲਾ ਠੀਕ ਰਹਿੰਦਾ ਤਾਂ ਮੈਂ ਠੀਕ ਹਾਂ, ਇਹ ਨਹੀਂ ਹੈ। ਤਾਂ ਦੋਨੋਂ ਬੀਪੀਜ਼ ਕੰਟਰੋਲ ਹੋਣੇ ਜ਼ਰੂਰੀ ਨੇ। ਸਿਸਟੋਲਿਕ ਬੀਪੀ, ਮੈਂ ਤੁਹਾਨੂੰ ਲੈਵਲਸ ਦੱਸਦਾ। ਆਮ ਤੌਰ 'ਤੇ ਜੋ ਪੇਸ਼ੈਂਟਸ ਮੇਰੇ ਕੋਲ ਆਉਂਦੇ ਆ ਜੀ, ਸਾਡਾ 150 ਤੱਕ ਤਾਂ ਰਹਿੰਦਾ ਹੀ ਹੈ। ਇਹ ਠੀਕ ਨਹੀਂ, ਕਿਉਂਕਿ ਇਹ ਜੋ 150 ਤੱਕ ਬੀਪੀ ਰਹਿਣਾ ਸਾਰਾ ਟਾਈਮ, ਇਹਨੇ ਹੌਲੀ ਹੌਲੀ ਆਪਣੇ ਸਰੀਰ ਨੂੰ ਅੰਦਰੋਂ ਖੋਖਲਾ ਕਰ ਦੇਣਾ ਹੁੰਦਾ। ਉਹ ਆਪਾਂ ਅੱਗੇ ਵੀਡੀਓ 'ਚ ਦੇਖਾਂਗੇ ਕਿਵੇਂ ਇਹ ਸਰੀਰ ਨੂੰ ਅਫੈਕਟ ਕਰਦਾ। ਤਾਂ ਸਭ ਤੋਂ ਪਹਿਲਾਂ ਆਪਾਂ ਲੈਵਲਸ ਦੇਖਦੇ ਹਾਂ ਜੀ, ਹਾਈਪਰਟੈਂਸ਼ਨ ਕਹਿੰਦੇ ਕਿਹਨੂੰ ਆ। ਤਾਂ ਜੋ ਹੁਣ ਸਾਡੀਆਂ ਗਾਈਡਲਾਈਨਸ ਨੇ, ਜੋ ਹੁਣ ਨਵੀਆਂ ਹੌਲੀ ਜੋ ਸਾਇੰਸ ਪ੍ਰੋਗਰੈਸ ਕਰ ਰਹੀ ਹੈ, ਉਹਦੇ ਅਕੋਰਡਿੰਗ ਇਹ ਕਹਿੰਦੇ ਆ ਕਿ 130 ਤੇ ਉੱਪਰ ਵਾਲਾ ਬੀਪੀ ਤੇ ਥੱਲੇ ਵਾਲਾ 90, ਇਹ ਦੋਨੋਂ ਅਗਰ ਤੁਸੀਂ ਲੈਵਲ ਕੋਈ ਵੀ ਇੱਕ ਦੋਨਾਂ ਵਿੱਚੋਂ ਕ੍ਰਾਸ ਹੋ ਗਿਆ, ਉਹ ਵੀ ਐਵੇਂ ਨਹੀਂ ਮੈਂ ਕਹਿ ਰਿਹਾ ਕਿ ਹਾਂ ਕਿਸੇ ਦਿਨ ਸਟ੍ਰੈਸ ਹੈਗਾ ਤੁਹਾਨੂੰ, ਜਾਂ ਤੁਹਾਨੂੰ ਪਹਿਲੀ ਵਾਰੀ ਬੀਪੀ ਦਾ ਪਤਾ ਲੱਗਿਆ ਤਾਂ ਤੁਹਾਨੂੰ ਬੀਪੀ ਦਾ ਪੇਸ਼ੈਂਟ ਹੋ ਹੀ ਗਏ ਹੋ। ਨਹੀਂ, ਬਹੁਤ ਸਾਰੇ ਫੈਕਟਰਸ ਹੁੰਦੇ ਆ ਬੀਪੀ ਵਧਣ ਵਾਸਤੇ। ਤਾਂ ਐਟਲੀਸਟ 2 ਵਿਜ਼ਿਟਸ ਦਾ ਮਤਲਬ ਹੈ 2 ਵਾਰੀ ਤੁਹਾਡਾ ਬੀਪੀ 130 ਤੇ 80 90 ਤੋਂ ਉੱਪਰ ਆਵੇ, ਜਾਂ ਫਿਰ ਜਦੋਂ ਤੁਸੀਂ ਬਿਲਕੁਲ ਸ਼ਾਂਤ ਬੈਠੇ ਹੋ ਉਦੋਂ ਬੀਪੀ ਲਿਆ ਜਾਣਾ ਜ਼ਰੂਰੀ ਹੁੰਦਾ। ਐਵੇਂ ਨਹੀਂ ਕਿ ਤੁਸੀਂ ਤੁਰਦੇ ਫਿਰਦੇ ਆਏ ਜਾਂ ਸਟ੍ਰੈਸ 'ਚੋਂ ਬਹੁਤ ਜ਼ਿਆਦਾ ਤੇ ਉਸੇ ਟਾਈਮ ਬੀਪੀ ਦੇਖਿਆ ਤੇ ਤੁਹਾਡਾ ਬੀਪੀ ਜ਼ਿਆਦਾ ਹੈ, ਨਹੀਂ ਜੀ ਗੋਲੀ ਸ਼ੁਰੂ ਕਰ ਦਿਓ। ਇਹ ਵੀ ਨਹੀਂ ਹੈ ਹੋਣਾ ਚਾਹੀਦਾ। ਬਟ ਇਹ ਵੀ ਹੈ ਕਿ ਅਗਰ ਤੁਹਾਡਾ ਬੀਪੀ 200 ਤੱਕ ਜਾ ਰਿਹਾ ਹੈ, 180 ਤੱਕ ਜਾ ਰਿਹਾ ਹੈ, ਤਾਂ ਉਸ ਨੂੰ ਇਗਨੋਰ ਕਰੀ ਜਾਈਏ ਆਪਾਂ, ਪਲੱਸ ਬੀਪੀ ਦੀ ਦਵਾਈ ਨਾ ਸ਼ੁਰੂ ਕਰੀਏ, ਇਹ ਸਭ ਤੋਂ ਵੱਡੀ ਗਲਤੀ ਹੈ ਜੋ ਆਪਾਂ ਕਰ ਸਕਦੇ ਹਾਂ। ਤਾਂ ਇਸ ਨੂੰ ਬਹੁਤ ਧਿਆਨ 'ਚ ਰੱਖਣਾ ਹੁੰਦਾ। ਤਾਂ ਲੈਵਲ ਮੋਟੇ ਤੌਰ 'ਤੇ ਮੈਂ ਤੁਹਾਨੂੰ ਦੱਸਦਾ, ਜੋ ਉੱਪਰਲਾ ਬੀਪੀ ਹੈ ਉਹ 130 ਤੇ ਥੱਲੇ ਵਾਲਾ ਬੀਪੀ 90। ਅਗਰ ਇਹ ਤੁਹਾਡੇ ਲੈਵਲਸ ਕ੍ਰਾਸ ਹੋ ਰਹੇ ਹੈ, ਪਲੱਸ 2 ਵਾਰੀ ਮਤਲਬ ਵਿਦਿਨ 2 ਡੇਜ਼ 2 ਵਾਰੀ ਤੁਹਾਡਾ ਬੀਪੀ ਇੰਨਾ ਹੀ ਰਹਿੰਦਾ ਜਾਂ ਇਸ ਤੋਂ ਵੱਧਦਾ, ਤਾਂ ਤੁਸੀਂ ਹਾਈਪਰਟੈਂਸ਼ਨ ਜਾਂ ਬੀਪੀ ਦੇ ਸ਼ਿਕਾਰ ਹੋ ਚੁੱਕੇ ਹੋ। ਤਾਂ ਇਸ ਤੋਂ ਘਬਰਾਉਣ ਦੀ ਗੱਲ ਨਹੀਂ। ਬੀਪੀ ਅੱਜ ਕੱਲ੍ਹ ਬਹੁਤ ਕਾਮਨ ਹੈ। ਬਹੁਤ ਸਾਰੇ ਲਾਈਫਸਟਾਈਲ ਜੋ ਪ੍ਰੋਬਲਮਸ ਹੈ ਉਹਨਾਂ ਕਰਕੇ ਬੀਪੀ ਹੋ ਜਾਂਦਾ ਹੈ, ਜਾਂ ਸਟ੍ਰੈਸ, ਅੱਜ ਕੱਲ੍ਹ ਸਟ੍ਰੈਸਫੁਲ ਲਾਈਫ ਹੈ, ਉਹਨਾਂ ਕਰਕੇ ਬੀਪੀ ਬਹੁਤ ਜਲਦੀ ਉਮਰ 'ਚ ਜਲਦੀ ਪੇਸ਼ੈਂਟਸ ਨੂੰ ਹੋ ਵੀ ਜਾਂਦਾ। ਪਰ ਇਹਦਾ ਮਤਲਬ ਆ ਨਹੀਂ ਹੈ ਕਿ ਹਾਂ ਇੱਕ ਡਾਕਟਰ ਤੁਹਾਨੂੰ ਬੀਪੀ ਦੀ ਗੋਲੀ ਜੀ ਪੱਕੀ ਲਾ ਦੇਗਾ, ਇਹ ਹੈ। ਸਭ ਤੋਂ ਪਹਿਲੇ ਇੱਕ ਅੱਛਾ ਡਾਕਟਰ ਤੁਹਾਨੂੰ ਆਹੀ ਸਮਝਾਏਗਾ ਕਿ ਤੁਸੀਂ ਆਪਦੀ ਡਾਈਟ ਮੋਡੀਫਾਈ, ਮਤਲਬ ਆਪਦਾ ਖਾਣਾ ਮੋਡੀਫਾਈ ਕਰੋ, ਪਲੱਸ ਐਕਸਰਸਾਈਜ਼ ਸ਼ੁਰੂ ਕਰੋ। ਉਹਦੇ ਨਾਲ ਕਾਫੀ ਹੱਦ ਤੱਕ 5 ਤੋਂ 10% ਪੇਸ਼ੈਂਟ, ਜੋ ਕਿ ਇੱਕ ਵੱਡਾ ਨੰਬਰ ਹੈ, ਅਗਰ 1000 ਪੇਸ਼ੈਂਟ ਨੂੰ ਬੀਪੀ ਹੋ ਰਿਹਾ ਹੈ, ਜੇ ਅਗਰ ਉਹਦੇ ਵਿੱਚੋਂ 100 ਜਾਂ 200 ਪੇਸ਼ੈਂਟ ਸਿਰਫ ਡਾਈਟ ਜਾਂ ਇਹਦੇ ਨਾਲ ਕੰਟਰੋਲ ਹੋ ਗਏ, ਤਾਂ ਇੱਕ ਬਹੁਤ ਵੱਡੀ ਗੱਲ ਹੈ। ਤਾਂ ਇਹ ਚੀਜ਼ ਹੁੰਦੀ ਹੈ। ਹੁਣ ਆਪਾਂ ਗੱਲ ਕਰਦੇ ਹਾਂ ਕਿ ਹਾਂ ਬੀਪੀ ਅਗਰ ਕੰਟੀਨਿਊਸਲੀ ਵੱਧ ਰਿਹਾ, ਤਾਂ ਉਸ ਨੂੰ ਆਪਾਂ ਕੀ ਇਫੈਕਟਸ ਹੋ ਸਕਦੇ ਆ ਬੀਪੀ ਦੇ ਜੋ ਬਾਡੀ ਤੇ ਆ ਰਹੇ ਆ। ਤਾਂ ਇਹ ਮੋਟੇ ਤੌਰ 'ਤੇ ਇੱਕ ਆਪਣਾ ਬਾਡੀ ਦਾ ਸਟਰਕਚਰ ਹੈ ਜੋ ਬੀਪੀ ਦੇ ਇਫੈਕਟਸ ਨੂੰ ਦੱਸ ਰਿਹਾ। ਤਾਂ ਇਸ ਵਿੱਚ ਜਿਵੇਂ ਤੁਸੀਂ ਲੈਫਟ 'ਤੇ ਦੇਖ ਰਹੇ ਹੋ, ਸਟ੍ਰੋਕ ਦਾ ਮਤਲਬ ਹੈ ਲਕਵੇ ਦਾ ਸ਼ਿਕਾਰ ਹੋਣਾ। ਇਹ ਬੀਪੀ ਵਧਣ ਨਾਲ ਸਭ ਤੋਂ ਇੰਪੋਰਟੈਂਟ ਜੋ, ਜਾਂ ਕਹਿ ਲਓ ਸਭ ਤੋਂ ਜਾਨਲੇਵਾ ਜੋ ਪ੍ਰੋਬਲਮ ਹੋ ਸਕਦੀ ਹੈ, ਉਹ ਲਕਵੇ ਦਾ ਅਟੈਕ ਹੋ ਸਕਦਾ, ਪਲੱਸ ਹਾਰਟ ਅਟੈਕ ਹੋ ਸਕਦਾ,
ਪੇਸ਼ੈਂਟ ਦੀ ਅੱਖਾਂ ਦੀ ਰੋਸ਼ਨੀ ਤੱਕ ਜਾ ਸਕਦੀ ਹੈ, ਜਾਂ ਗੁਰਦੇ ਦਾ ਫੇਲੀਅਰ ਹੋ ਸਕਦਾ, ਗੁਰਦਾ ਖਰਾਬ ਹੋ ਸਕਦਾ, ਜਾਂ ਫਿਰ ਹਾਰਟ ਫੇਲ ਹੋ ਸਕਦਾ। ਤਾਂ ਇਹ ਮੋਟੇ ਤੌਰ ਤੇ ਪੂਰੇ ਸਰੀਰ ਨੂੰ ਹੀ ਦੇਖੋ ਤੁਸੀਂ ਇਫੈਕਟ ਕਰ ਰਿਹਾ ਹੈ, ਬੀਇੰਗ ਇਟ ਭਾਵੇਂ ਦਿਮਾਗ ਹੋਵੇ, ਭਾਵੇਂ ਹਾਰਟ ਹੋਵੇ, ਭਾਵੇਂ ਕਿਡਨੀਆਂ ਹੋਣ। ਇਹ ਤਿੰਨ ਇੰਪੋਰਟੈਂਟ ਚੀਜ਼ਾਂ ਨੇ ਆਪਣੇ ਸਰੀਰ ਦੀਆਂ, ਜੋ ਆਰਗਨਸ ਨੇ ਆਪਣੇ ਸਰੀਰ ਦੀਆਂ, ਇਹ ਤਿੰਨੋਂ ਦੇ ਤਿੰਨੋਂ ਇੱਕ ਬੀਪੀ ਕਰਕੇ ਇਫੈਕਟ ਹੋ ਰਹੇ ਹੈ। ਤਾਂ ਇਸ ਹੁਣ ਤੁਸੀਂ ਸਮਝੋਗੇ ਕਿ ਹਾਂ ਯਾਰ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਕਿ ਬੀਪੀ ਨੂੰ ਆਪਦੇ ਕੰਟਰੋਲ ਰੱਖਣਾ। ਇੱਕ ਕੁਐਸਚਨ ਲੈ ਲੈਣਾ, ਸਮੀਰ ਜੀ ਪੁੱਛ ਰਹੇ ਹੈ ਸਰ ਵਾਟ ਡਾਈਟ ਸ਼ੁੱਡ ਵੀ ਟੇਕ ਟੂ ਹਾਈਪਰਟੈਂਸ਼ਨ ਫॉर ओल्ड एज। ਮੈਂ ਉਹਦੇ ਤੇ ਆਉਂਗਾ ਹੁਣੇ। ਇੱਕ ਵਾਰੀ ਆਪਾਂ ਡਿਸਕਸ ਕਰ ਲਈਏ ਕਿ ਹਾਂ ਇਹਦੇ ਇਫੈਕਟਸ ਕੀ ਹੁੰਦੇ, ਉਸ ਤੋਂ ਬਾਅਦ ਮੈਂ ਡਾਈਟ ਹੀ ਡਿਸਕਸ ਕਰਨ ਵਾਲਾ। ਮੇਨਲੀ ਮੇਰਾ ਸੈਸ਼ਨ ਦਾ ਮਤਲਬ ਹੀ ਆਈ ਹੁੰਦਾ, ਕਿਉਂਕਿ ਦਵਾਈਆਂ ਤਾਂ ਆਬਵੀਅਸਲੀ ਦੇਖੋ, ਦਵਾਈਆਂ ਤੁਸੀਂ ਮੈਨੂੰ ਮਿਲੋਗੇ ਜਾਂ ਕੋਈ ਹੋਰ ਡਾਕਟਰ ਨੂੰ ਮਿਲੋਗੇ, ਉਹੀ ਪ੍ਰਿਸਕ੍ਰਾਈਬ ਕਰੇਗਾ। ਫੇਸਬੁੱਕ ਸੈਸ਼ਨਸ ਤੇ ਮੈਂ ਦਵਾਈਆਂ ਨਹੀਂ ਲਿਖ ਸਕਦਾ। ਮੇਰੇ ਮੇਨ ਜੋ ਰੀਜ਼ਨ ਹੈ ਫੇਸਬੁੱਕ ਸੈਸ਼ਨਸ ਦਾ, ਉਹ ਆਹੀ ਹੈ ਕਿ ਮੈਂ ਪੇਸ਼ੈਂਟਸ ਨੂੰ ਮੋਟੀਵੇਟ ਕਰਕੇ ਡਾਈਟ ਦੇ ਰਾਹੀਂ ਜਾਂ ਐਕਸਰਸਾਈਜ਼ ਦਾ ਇੰਪੋਰਟੈਂਸ ਸਮਝਾਵਾਂ, ਪਲੱਸ ਉਹਨਾਂ ਦੀ ਬਿਮਾਰੀਆਂ ਬਾਰੇ ਉਹਨਾਂ ਨੂੰ ਜਾਣਕਾਰੀ ਦੇਵਾਂ। ਇਹੀ ਮੇਰੇ ਸੈਸ਼ਨਸ ਦਾ ਇੱਕ ਇੰਪੋਰਟੈਂਟ ਮਤਲਬ ਹੈ। ਤਾਂ ਹੁਣ ਆਪਾਂ ਆਉਂਦੇ ਹਾਂ ਕਿ ਹਾਂ ਕਿੱਦਾਂ ਦਾ ਬੀਪੀ। ਕਈ ਵਾਰੀ ਕੀ ਹੁੰਦਾ ਹੈ, ਹਰ ਪੇਸ਼ੈਂਟ ਨੂੰ ਇੱਕੋ ਤਰ੍ਹਾਂ ਦਾ ਬੀਪੀ ਨਹੀਂ ਹੁੰਦਾ। ਮਤਲਬ ਬੀਪੀ ਤਾਂ ਸੇਮ ਹੈ, ਬਟ ਕਈ ਪੇਸ਼ੈਂਟਸ ਦੀ ਏਜ ਬਹੁਤ ਘੱਟ ਹੁੰਦੀ ਹੈ ਜਿਨ੍ਹਾਂ ਨੂੰ ਬੀਪੀ ਬੜੀ ਜਲਦੀ ਉਮਰ 'ਚ ਹੋ ਜਾਂਦਾ। ਇਹੋ ਜਿਹੇ ਪੇਸ਼ੈਂਟਸ ਬਹੁਤ ਸਾਰੇ ਆਉਂਦੇ ਆ। ਤਾਂ ਜਿਵੇਂ 20 ਸਾਲ ਦੀ ਉਮਰ ਹੈ ਜਾਂ 25 ਸਾਲ ਦੀ ਉਮਰ ਹੈ, ਉਸ ਵਿੱਚ ਬੀਪੀ ਹੋ ਰਿਹਾ, ਤਾਂ ਉਹਦਾ ਕੋਈ ਕਾਰਨ ਲੱਭ ਸਕਦੇ ਹਾਂ ਆਪਾਂ, ਜੋ ਕਿ ਠੀਕ ਵੀ ਹੋ ਸਕਦਾ। ਪਰ ਕਈ ਵਾਰੀ ਪੇਸ਼ੈਂਟ ਉਮਰ ਦੇ ਨਾਲ ਜਿਹੜਾ ਬੀਪੀ ਆਉਂਦਾ, ਜਿਹਨੂੰ ਅਸੀਂ ਅਸੈਂਸ਼ੀਅਲ ਹਾਈਪਰਟੈਂਸ਼ਨ ਕਹਿੰਦੇ ਹਾਂ, ਕਿ ਜੋ ਆਣੀ ਹੀ ਹੈ, ਤਾਂ ਉਹ ਜਿਹੜੀ ਹੈ 35 ਜਾਂ 40 ਸਾਲ ਦੀ ਉਮਰ ਤੋਂ ਬਾਅਦ ਆ ਰਹੀ ਹੈ। ਉਹਦਾ ਆਪਾਂ ਕਾਰਨ ਲੱਭ ਕੇ ਉਹਨੂੰ ਠੀਕ ਨਹੀਂ ਕਰ ਸਕਦੇ। ਕਾਰਨ ਤਾਂ ਆਪਾਂ ਨੂੰ ਪਤਾ ਹੈ ਕਿ ਲਾਈਫ ਸਟਾਈਲ ਜਾਂ ਫਿਰ ਫੈਮਿਲੀ 'ਚ ਰਨ ਕਰ ਰਿਹਾ, ਮਤਲਬ ਕਿਸੇ ਦੇ ਮਾਪਿਓ ਨੂੰ ਬੀਪੀ ਸੀਗਾ, ਉਹਨੂੰ ਹੋ ਗਿਆ, ਜਾਂ ਫਿਰ ਪੇਸ਼ੈਂਟ ਦੇ ਹੈਬਿਟਸ ਠੀਕ ਨਹੀਂ ਹੈ, ਉਹ ਅਲਕੋਹਲ ਜ਼ਿਆਦਾ ਲੈਂਦਾ ਹੈ ਜਾਂ ਸਮੋਕਿੰਗ ਕਰਦਾ ਹੈ, ਜਾਂ ਫਿਰ ਡਾਈਟ 'ਚ ਬਹੁਤ ਜ਼ਿਆਦਾ ਫੈਟੀ ਫੂਡਸ ਖਾਂਦਾ ਹੈ ਜਾਂ ਨਮਕ ਬਹੁਤ ਜ਼ਿਆਦਾ ਲੈਂਦਾ, ਤਾਂ ਉਹਨੂੰ ਹੋ ਸਕਦਾ ਬੀਪੀ। ਤਾਂ ਉਹਦੇ ਵਾਸਤੇ ਅਸੀਂ ਕੁਝ ਜ਼ਿਆਦਾ ਨਹੀਂ ਕਰ ਸਕਦੇ। ਉਹਨੂੰ ਡਾਈਟ ਤੇ ਉਹਦੀ ਮੋਡੀਫਿਕੇਸ਼ਨ ਜਾਂ ਐਕਸਰਸਾਈਜ਼ ਦੀ ਇੰਪੋਰਟੈਂਸ ਦੱਸ ਕੇ ਤੇ ਟੈਬਲੇਟ ਸ਼ੁਰੂ ਕਰ ਸਕਦੇ ਹਾਂ। ਬਟ ਇੱਕ ਯੰਗ ਏਜ ਪੇਸ਼ੈਂਟਸ ਜੋ ਹੈ, ਜਿਵੇਂ ਮੇਰੇ ਕੋਲ ਜੋ ਮੈਂ ਆਪਦੀ ਕਲੀਨਿਕਲ ਪ੍ਰੈਕਟਿਸ 'ਚ ਦੇਖਿਆ, ਜੋ ਪੰਜਾਬ 'ਚ ਜ਼ਿਆਦਾ ਕਾਮਨ ਕੀ ਹੈ, ਪੇਸ਼ੈਂਟਸ ਬਹੁਤ ਸਾਰੇ ਸਟੀਰੋਇਡਸ ਲੈ ਰਹੇ ਹੁੰਦੇ ਆ। ਬੀਇੰਗ ਇਟ ਅਗਰ ਮੁੰਡੇ ਨੇ ਤਾਂ ਉਹ ਬਾਡੀ ਬਿਲਡਿੰਗ ਵਾਸਤੇ, ਆਪਦੇ ਮਸਲਸ ਬਣਾਉਣ ਵਾਸਤੇ ਸਟੀਰੋਇਡਸ ਲੈ ਰਹੇ ਹੁੰਦੇ ਆ, ਤਾਂ ਉਹ ਬਹੁਤ ਜਲਦੀ ਬੀਪੀ ਦਾ ਸ਼ਿਕਾਰ ਹੋ ਜਾਂਦੇ ਆ। ਪਲੱਸ ਉਹਨਾਂ ਦਾ ਬੀਪੀ ਬਹੁਤ ਸਾਰੇ ਮਲਟੀਪਲ ਦਵਾਈਆਂ ਨਾਲ ਵੀ ਕੰਟਰੋਲ ਨਹੀਂ ਹੁੰਦਾ। ਤਾਂ ਮੈਂ ਆ ਸਮਝਾਉਣਾ ਚਾਹੂੰਗਾ, ਤੁਸੀਂ ਜਿਮ ਲਗਾਓ, ਜ਼ਰੂਰ ਲਗਾਓ, ਬਟ ਪਲੀਜ਼ ਆਪਦੇ ਡਾਕਟਰ ਨਾਲ ਜ਼ਰੂਰ ਸਲਾਹ ਲਓ ਕਿ ਕੋਈ ਸਪਲੀਮੈਂਟਸ ਕਿੱਦਾਂ ਦਾ ਹੈ, ਕਿਹੜਾ ਲੈਣਾ ਚਾਹੀਦਾ, ਨਹੀਂ ਲੈਣਾ ਚਾਹੀਦਾ। ਬਿਕੋਜ਼ ਜਿਮ ਟ੍ਰੇਨਰ ਨੂੰ ਇੰਨੀ ਨੌਲੇਜ ਨਹੀਂ ਹੁੰਦੀ ਕਿ ਉਹ ਤੁਹਾਨੂੰ ਇਹਦੇ ਨੁਕਸਾਨ ਦੱਸ ਸਕੇ। ਹਾਂ, ਹਰ ਸਪਲੀਮੈਂਟ ਬੀਪੀ ਨਹੀਂ ਵਧਾਉਂਦਾ, ਬਟ ਇੱਕ ਡਾਕਟਰ ਨੂੰ ਆਪਦੇ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ ਬਿਫੋਰ ਸਟਾਰਟਿੰਗ ਸਪਲੀਮੈਂਟਸ। ਕਿਉਂਕਿ ਇਹ ਸਪਲੀਮੈਂਟਸ ਵਾਲੇ ਪੇਸ਼ੈਂਟਸ, ਮੈਂ ਆਪਦੇ ਕਲੀਨਿਕਲ ਜਿਹੜੇ ਪੇਸ਼ੈਂਟਸ ਦੇਖ ਰਿਹਾ, ਉਹਦੇ ਵਿੱਚ ਬਹੁਤ ਜ਼ਿਆਦਾ, ਜਿਵੇਂ 20 25 ਸਾਲ ਦੇ ਬੱਚੇ ਨੇ ਜੋ ਆਉਂਦੇ ਆ ਮੇਰੇ ਕੋਲ ਕਿ ਵੀ ਸਾਡਾ ਬੀਪੀ 170 180 ਤੋਂ ਘੱਟ ਹੁੰਦਾ ਹੀ ਨਹੀਂ, ਅਸੀਂ ਸਪਲੀਮੈਂਟਸ ਲਿੱਤੇ ਸੀ, ਸਾਨੂੰ ਸਟੀਰੋਇਡਸ ਦੇਤੇ, ਇਹ ਉਹ। ਤਾਂ ਇਹ ਧਿਆਨ ਰੱਖਣ ਵਾਲੀ ਗੱਲ ਹੁੰਦੀ ਆ। ਪਲੱਸ ਕਈ ਯੰਗ ਪੇਸ਼ੈਂਟਸ ਹੋਰ ਵੀ ਹੁੰਦੇ ਜਿਨ੍ਹਾਂ 'ਚ ਕੋਈ ਮੈਡੀਕਲ ਪ੍ਰੋਬਲਮ ਵੀ ਹੈਗੀ ਆ, ਉਹਨਾਂ ਦੀ ਕੋਈ ਗਲਤੀ ਨਹੀਂ ਉਹਦੇ ਵਿੱਚ, ਜਾਂ ਉਹਨਾਂ ਨੇ ਕੋਈ ਸਪਲੀਮੈਂਟਸ ਨਹੀਂ ਲਿੱਤੇ, ਬਟ ਫਿਰ ਵੀ ਉਹਨਾਂ ਦਾ ਬੀਪੀ ਵੱਧ ਰਿਹਾ। ਤਾਂ ਉਹਦੇ 5-6 ਮੋٹے ਕਾਰਨ ਹੁੰਦੇ, ਜਿਨ੍ਹਾਂ ਨੂੰ ਆਪਾਂ ਐਗਜ਼ਾਮਿਨ ਕਰਕੇ ਥੋਰਲੀ ਪੇਸ਼ੈਂਟ ਨਾਲ ਗੱਲ ਕਰਕੇ ਉਹਨਾਂ ਦੇ ਟੈਸਟ ਕਰਾ ਕੇ ਆਪਾਂ ਉਹ ਦੇਖ ਸਕਦੇ ਹਾਂ, ਪਲੱਸ ਉਹਨੂੰ ਠੀਕ ਕਰ ਸਕਦੇ ਹਾਂ। ਤੇ ਉਸ ਕੰਡੀਸ਼ਨ 'ਚ ਪੇਸ਼ੈਂਟ ਠੀਕ ਹੋ ਕੇ ਆਪਦੇ ਬੀਪੀ ਤੋਂ ਛੁਟਕਾਰਾ ਲੈ ਸਕਦਾ। ਇਹ ਤਾਂ ਹੋਈ ਯੰਗ ਵਾਲੇ ਪੇਸ਼ੈਂਟਸ ਦੀ। ਹੁਣ 올ਡ ਏਜ ਦੀ ਗੱਲ ਕਰਦੇ ਹਾਂ। 올ਡ ਏਜ, ਜਿਵੇਂ ਮੈਂ ਪਹਿਲੇ ਦੱਸਿਆ ਕਿ ਅਗਰ ਕਿਸੇ ਦੀ ਫੈਮਿਲੀ ਹਿਸਟਰੀ ਹੈਗੀ ਹੈ ਤਾਂ ਉਹਨੂੰ ਜਲਦੀ ਹੋਣ ਦੇ ਚਾਂਸਿਸ ਰਹਿੰਦੇ ਆ, ਜਿਵੇਂ 35-40 ਸਾਲ ਦੀ ਉਮਰ 'ਚ। ਨਹੀਂ ਤਾਂ 50 ਸਾਲ ਦੀ ਉਮਰ 'ਚ ਤਾਂ ਬਹੁਤ ਕਾਮਨ ਹੈ ਬੀਪੀ ਦਾ ਹੋਣਾ। ਹੁਣ ਆਪਾਂ ਕਰਦੇ ਹਾਂ ਗੱਲ ਸਭ ਤੋਂ ਪਹਿਲੇ ਡਾਈਟ, ਹਾਊ ਵੀ ਕੈਨ ਕੰਟਰੋਲ ਇਟ ਬਾਏ ਟੇਕਿੰਗ ਡਾਈਟ, ਪ੍ਰੋਪਰ ਡਾਈਟ। ਤਾਂ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ। ਆਪਾਂ ਸਭ ਨੂੰ ਪਤਾ ਹੈ ਕਿ ਹਾਂ ਇੱਕ ਚੀਜ਼ ਨੂੰ ਆਣ ਹੀ ਨਾ ਦਿਓ, ਉਹਦਾ ਇਲਾਜ ਤਾਂ ਬਾਅਦ ਦੀ ਗੱਲ ਹੈ। ਤਾਂ ਉਹਦੇ ਵਾਸਤੇ ਬੈਸਟ ਜੋ ਟ੍ਰੀਟਮੈਂਟ ਹੁੰਦਾ ਉਹ ਹੈ ਪ੍ਰੀਵੈਂਸ਼ਨ। ਤਾਂ ਪ੍ਰੀਵੈਂਸ਼ਨ 'ਚ ਸਭ ਤੋਂ ਇੰਪੋਰਟੈਂਟ ਜੋ ਹੈ ਇੱਕ ਨਮਕ ਦਾ ਕੰਟੈਂਟ। ਨਮਕ ਇੱਕ ਪੇਸ਼ੈਂਟ ਨੂੰ, ਇੱਕ ਹੈਲਦੀ ਪੇਸ਼ੈਂਟ ਜਿਹਨੂੰ ਬੀਪੀ ਦੀ ਸ਼ਿਕਾਇਤ ਨਹੀਂ ਵੀ ਹੈਗੀ, ਉਹਨੂੰ 1 ਚਮਚ ਜਾਂ 5 ਗ੍ਰਾਮ, 1 ਚਮਚ 5 ਗ੍ਰਾਮ ਨਮਕ ਆਉਂਦਾ ਹੈ, ਸਿੰਪਲ ਟੇਬਲ ਸਾਲਟ, ਜਿਹੜਾ ਟੇਬਲ ਸਪੂਨ ਹੁੰਦਾ, ਉਹਦੇ ਵਿੱਚ 1 ਚਮਚ 5 ਗ੍ਰਾਮ ਸਾਲਟ ਆਉਂਦਾ। ਤਾਂ ਉਹ 5 ਗ੍ਰਾਮ ਸਾਲਟ ਇੱਕ ਅਡਲਟ ਵਾਸਤੇ ਇਨਫ ਹੈ।
ਜ਼ਰੂਰੀ ਨਹੀਂ ਹੈ ਤੁਸੀਂ ਬਹੁਤ ਜ਼ਿਆਦਾ ਨਮਕੀਨ ਦੇ ਸ਼ੌਕੀਨ ਹੋ ਤਾਂ ਤੁਸੀਂ ਨਮਕੀਨ ਉੱਪਰੋਂ ਦੀ ਆਪਦੇ ਸੈਲਡਸ ਤੇ ਛਿੜਕ ਕੇ ਖਾ ਰਹੇ ਹੋ ਜਾਂ ਦਹੀਂ 'ਚ ਬਹੁਤ ਜ਼ਿਆਦਾ ਪਾ ਕੇ ਖਾ ਰਹੇ ਹੋ ਤਾਂ ਉਹ ਚੀਜ਼ ਠੀਕ ਨਹੀਂ ਹੈ। ਇੱਕ ਅਡਲਟ ਹਿਊਮਨ ਬੀਇੰਗ ਜਿਹਨੂੰ ਬੀਪੀ ਦੀ ਸ਼ਿਕਾਇਤ ਨਾ ਹੋਵੇ ਉਹਨੂੰ 5 ਗ੍ਰਾਮ ਤੋਂ ਜ਼ਿਆਦਾ ਨਮਕ ਨਹੀਂ ਲੋੜ ਹੁੰਦੀ ਤੇ ਨਹੀਂ ਲੈਣਾ ਵੀ ਨਹੀਂ ਚਾਹੀਦਾ। ਤਾਂ ਇਹ ਤਾਂ ਸਭ ਤੋਂ ਇੰਪੋਰਟੈਂਟ ਹੈ ਜੋ ਇੱਕ ਫੈਕਟਰ ਹੈ ਜੋ ਬੀਪੀ ਕੰਟਰੋਲ ਕਰਨ ਵਾਸਤੇ ਇੰਪੋਰਟੈਂਟ ਹੈ। ਇਸ ਤੋਂ ਇਲਾਵਾ ਹੁਣ ਮੰਨ ਲਓ ਕਿਸੇ ਪੇਸ਼ੈਂਟ ਨੂੰ ਬੀਪੀ ਆਲਰੇਡੀ ਵੱਧ ਰਿਹਾ ਉਹਦੇ ਵਾਸਤੇ ਕਿੰਨਾ ਸਾਲਟ ਜ਼ਰੂਰੀ ਹੈ ਤਾਂ ਉਹਦੇ ਵਾਸਤੇ 2.5 ਗ੍ਰਾਮ ਸਾਲਟ ਇਜ਼ ਇੰਪੋਰਟੈਂਟ, ਮਤਲਬ ਅੱਧਾ ਚਮਚ। ਜਿੰਨਾ ਇੱਕ ਨਾਰਮਲ ਹਿਊਮਨ ਬੀਇੰਗ ਜਿਹਨੂੰ ਬੀਪੀ ਨਹੀਂ ਹੈਗਾ ਉਹਦੇ ਵਾਸਤੇ 5 ਗ੍ਰਾਮ। ਤੇ ਜਿਹੜਾ ਪੇਸ਼ੈਂਟ ਜਿਹਨੂੰ ਬੀਪੀ ਦੀ ਪ੍ਰੋਬਲਮ ਸ਼ੁਰੂ ਹੋ ਚੁੱਕੀ ਹੈ ਤੇ ਉਹਦਾ ਅੰਡਰ ਕੰਟਰੋਲ ਵੀ ਨਹੀਂ ਹੋ ਰਿਹਾ ਪਲੱਸ ਇੰਨੀਆਂ ਸਾਰੀਆਂ ਦਵਾਈਆਂ ਵੀ ਚੱਲ ਰਹੀਆਂ, ਉਹਨੂੰ ਕੋਈ ਵੀ ਡਾਕਟਰ ਆ ਨਹੀਂ ਸਮਝਾਉਂਦਾ ਕਿ ਯਾਰ ਨਮਕ ਕਿੰਨਾ ਲੈਣਾ ਹੈ, ਕਿੰਨੀ ਕੁਆਂਟੀਟੀ 'ਚ ਲੈਣਾ ਹੈ। ਤਾਂ ਉਹਦੇ ਵਾਸਤੇ ਮੈਂ ਤੁਹਾਡੀ ਹੈਲਪ ਕਰ ਰਿਹਾ ਕਿ ਇੱਕ ਪੇਸ਼ੈਂਟ ਜਿਹਨੂੰ ਬੀਪੀ ਬਹੁਤ ਜ਼ਿਆਦਾ ਟਾਈਮ ਤੋਂ ਹੈ ਪਲੱਸ ਉਹ ਕਾਫੀ ਟਾਈਮ ਤੋਂ ਕਾਫੀ ਦਵਾਈਆਂ ਤੇ ਵੀ ਕੰਟਰੋਲ ਨਹੀਂ ਹੋ ਪਾ ਰਿਹਾ, ਉਹ ਆਪਦੇ ਸਾਲਟ ਦਾ ਇਨਟੇਕ ਘਟਾਵੇ। ਕਿੰਨਾ ਘਟਾਵੇ? ਉਹਦਾ ਪੂਰੇ ਦਿਨ ਦਾ ਨਮਕ ਜੋ ਹੈ ਉਹ 2.5 ਗ੍ਰਾਮ ਤੋਂ ਜ਼ਿਆਦਾ ਨਹੀਂ ਹੋਣਾ ਚਾਹੀਦਾ, ਅੱਧੇ ਚਮਚ ਤੋਂ ਜ਼ਿਆਦਾ। ਇਸ ਤੋਂ ਇਲਾਵਾ ਹੁਣ ਆਪਾਂ ਗੱਲ ਕਰਦੇ ਹਾਂ ਹੋਰ ਕਿਹੜੀ ਡਾਈਟਸ ਹੈਗੀਆਂ, ਤਾਂ ਉਹਦੇ ਵਾਸਤੇ ਆਪਾਂ ਇਸ ਕੰਪਿਊਟਰ ਸਕਰੀਨ ਤੇ ਜਾਂਦੇ ਹਾਂ। ਤਾਂ ਇਹ ਹੈ ਜੀ ਡੈਸ਼ ਡਾਈਟ। ਡੈਸ਼ ਡਾਈਟ ਦਾ ਮਤਲਬ ਹੈ ਡਾਇਟਰੀ ਅਪਰੋਚ ਟੂ ਸਟਾਪ ਹਾਈਪਰਟੈਂਸ਼ਨ। ਇਹਦਾ ਨਾਮ ਹੀ ਡੈਸ਼ ਹੈ, ਮਤਲਬ ਕਿਹੜੇ ਕਿਹੜੇ ਖਾਣੇ ਨੇ ਜਿਨ੍ਹਾਂ ਨਾਲ ਆਪਾਂ ਹਾਈਪਰਟੈਂਸ਼ਨ ਨੂੰ ਖਤਮ ਕਰ ਸਕਦੇ ਹਾਂ। ਤਾਂ ਸਭ ਤੋਂ ਪਹਿਲੇ ਆਪਾਂ ਦੇਖਦੇ ਹਾਂ ਕਿਹੜੀ ਚੀਜ਼ ਨਹੀਂ ਲੈਣੀ। ਕੋਕ, ਕਾਰਬੋਨੇਟਡ ਡਰਿੰਕਸ, ਕੋਕ, ਲਿਮਕਾ, ਇਹ ਸਭ ਚੀਜ਼ਾਂ 'ਚ ਬਹੁਤ ਜ਼ਿਆਦਾ ਪ੍ਰੋਬਲਮਸ, ਬਹੁਤ ਜ਼ਿਆਦਾ ਹਾਈਪਰਟੈਂਸ਼ਨ ਕਰਦੀਆਂ, ਤਾਂ ਉਹ ਚੀਜ਼ ਆਪਾਂ ਨੂੰ ਨਹੀਂ ਲੈਣੀ। ਫਿਰ ਸ਼ੂਗਰੀ ਪ੍ਰੋਡਕਟਸ ਜਿਵੇਂ ਮਿੱਠਾ ਜ਼ਿਆਦਾ। ਫਿਰ ਚੀਜ਼, ਜਿਹੜਾ ਕਿ ਪ੍ਰੋਸੈਸਡ ਚੀਜ਼ ਹੁੰਦਾ ਉਹਦੇ ਵਿੱਚ ਨਮਕ ਬਹੁਤ ਜ਼ਿਆਦਾ ਹੁੰਦਾ। ਮੱਖਣ ਹੋ ਗਿਆ ਜਿਵੇਂ, ਉਹਦੇ ਵਿੱਚ ਨਮਕ ਬਹੁਤ ਜ਼ਿਆਦਾ ਪਾਇਆ ਹੁੰਦਾ। ਫਿਰ ਬ੍ਰੈਡਸ ਹੋ ਗਈਆਂ, ਬ੍ਰੈਡ ਹਾਈ ਸੋਡੀਅਮ ਲੈਵਲਸ, ਮਤਲਬ ਜ਼ਿਆਦਾ ਨਮਕ ਵਾਲੀਆਂ ਸਬਜ਼ੀਆਂ ਜਾਂ ਜ਼ਿਆਦਾ ਨਮਕ ਪਾਇਆ ਹੋਵੇ ਜਿਸ ਚੀਜ਼ਾਂ 'ਚ ਪ੍ਰਿਪੇਅਰ ਕਰਨ ਵਾਸਤੇ, ਉਹ ਨਹੀਂ ਲੈਣੀਆਂ। ਪਲੱਸ ਸਭ ਤੋਂ ਇੰਪੋਰਟੈਂਟ ਐਲਕੋਹਲ ਬਿਲਕੁਲ ਵੀ ਨਹੀਂ ਲੈਣੀ। ਹੁਣ ਆਪਾਂ ਲੈਂਦੇ ਹਾਂ ਜੀ ਖਾਣਾ ਕੀ ਹੈ, ਫਰੈਸ਼ ਫਰੂਟਸ, ਵੈਜੀਟੇਬਲਸ ਫਰੈਸ਼ ਹੋਣ। ਹੋਲ ਗ੍ਰੇਨ ਦਾ ਮਤਲਬ ਹੈ ਜਿਵੇਂ ਆਪਾਂ ਲਾਸਟ ਵੀਡੀਓਜ਼ 'ਚ ਵੀ ਗੱਲ ਕੀਤੀ ਹੈ, ਡਾਇਬਟੀਜ਼ ਵਾਲੀ ਵੀਡੀਓਜ਼ 'ਚ ਵੀ ਗੱਲ ਕੀਤੀ ਹੈ ਕਿ ਓਟਸ ਦੀ ਕਿੰਨੀ ਇੰਪੋਰਟੈਂਸ ਹੈ ਜਾਂ ਦਲੀਏ ਦੀ ਕਿੰਨੀ ਇੰਪੋਰਟੈਂਸ ਹੈ, ਤਾਂ ਉਹੀ ਸੇਮ ਚੀਜ਼ ਇੱਥੇ ਵੀ ਅਪਲਾਈ ਹੋਏਗੀ। ਫਿਰ ਘਰ ਦਾ ਕੱਢਿਆ ਮੱਖਣ ਜਾਂ ਦੁੱਧ ਉਹ ਖਾ ਸਕਦੇ ਹਾਂ ਕਿਉਂਕਿ ਆਪਾਂ ਉਹਦੇ ਵਿੱਚ ਨਮਕ ਐਡ ਨਹੀਂ ਕਰਦੇ। ਫਿਰ ਲੀਨ ਮੀਟਸ ਦਾ ਮਤਲਬ ਹੈ ਜੀ ਜਿਹੜੇ ਮੀਟਸ ਨੇ ਜਿਵੇਂ ਲਾਲ ਮਾਸ ਨਾ ਹੋਵੇ, ਚਿਕਨ ਹੋ ਸਕਦਾ ਬਟ ਉਹ ਬੋਇਲਡ ਹੋਵੇ ਪ੍ਰੈਫਰੇਬਲੀ, ਤਾਂ ਉਹ ਖਾ ਸਕਦੇ ਹਾਂ। ਜ਼ਿਆਦਾ ਡੀਪ ਫਰਾਈਡ ਨਹੀਂ ਹੋਣਾ ਚਾਹੀਦਾ। ਫਿਰ ਦਾਲਾਂ, ਅਨਾਜ, ਦਾਲਾਂ ਉਹ ਖਾ ਸਕਦੇ ਹਾਂ, ਚਨੇ। ਫਿਰ ਵੈਜੀਟੇਬਲ ਆਇਲਸ 'ਚ ਓਲੀਵ ਆਇਲ ਇਜ਼ ਬੈਟਰ। ਹੁਣ ਆਪਾਂ ਕੁਐਸਚਨ ਲੈਂਦੇ ਹਾਂ। ਅਨਾਇਰਾ ਕਪੂਰ ਦਾ ਕੁਐਸਚਨ ਹੈ, ਸਰ ਬੀਪੀ ਵਧਣ ਤੇ ਫਸਟਲੀ ਪੇਸ਼ੈਂਟ ਨੂੰ ਕੀ ਲੈਣਾ ਚਾਹੀਦਾ ਹੈ, ਲਾਈਕ ਲੈਮਨ ਜਾਂ ਲਿਮਕਾ ਲੈਣਾ ਠੀਕ ਹੈ? ਨੋ, ਲੈਮਨ ਐਂਡ ਲਿਮਕਾ ਬੇਸਿਕਲੀ ਬੀਪੀ ਵਧਣ ਦਾ ਕਾਰਨ ਜੋ ਮੈਂ ਦੇਖਿਆ ਆਪਦੀ ਕਲੀਨਿਕਲ ਪ੍ਰੈਕਟਿਸ 'ਚ, ਯੂਜੂਅਲੀ ਲੋਕ ਕੀ ਕਰਦੇ ਆ, ਜੋ ਗੈਸ ਵਾਲੀ ਜਾਂ ਤੇਜ਼ਾਬ ਵਾਲੀ ਪ੍ਰੋਬਲਮ ਹੈ ਉਹਨੂੰ ਸਮਝ ਲੈਂਦੇ ਕਿ ਸਾਡਾ ਬੀਪੀ ਵਧਿਆ। ਇਫ ਯੂ ਹੈਵ, ਮਤਲਬ ਤੁਹਾਡੇ ਕੋਲ ਅਗਰ ਇੱਕ ਬੀਪੀ ਚੈੱਕ ਕਰਨ ਦੀ ਮਸ਼ੀਨ ਹੈ ਘਰੇ, ਹੋਣੀ ਵੀ ਚਾਹੀਦੀ ਹੈ। ਹਰ ਪੇਸ਼ੈਂਟ ਜੋ ਇੱਕ ਬੀਪੀ ਦਾ ਪੇਸ਼ੈਂਟ ਹੈ ਉਹਦੇ ਕੋਲ ਇੱਕ ਬੀਪੀ ਮੈਜ਼ਰ ਕਰਨ ਦੀ ਮਸ਼ੀਨ ਜ਼ਰੂਰ ਹੋਣੀ ਚਾਹੀਦੀ ਹੈ ਘਰੇ। ਪਲੱਸ ਇੱਕ ਸ਼ੂਗਰ ਵਾਲਾ ਪੇਸ਼ੈਂਟ, ਜਿਵੇਂ ਮੈਂ ਪਹਿਲੇ ਵੀ ਦੱਸਿਆ ਤੁਹਾਨੂੰ, ਸ਼ੂਗਰ ਵਾਲੇ ਪੇਸ਼ੈਂਟ ਕੋਲ ਹਮੇਸ਼ਾ ਸ਼ੂਗਰ ਚੈੱਕ ਕਰਨ ਵਾਲੀ ਮਸ਼ੀਨ ਜ਼ਰੂਰ ਹੋਣੀ ਚਾਹੀਦੀ ਹੈ। ਤਾਂ ਬੀਪੀ ਪੇਸ਼ੈਂਟ ਨੂੰ ਜੋ ਮੈਂ ਦੇਖਿਆ, ਲਿਮਕਾ ਜਾਂ ਲੈਮਨ, ਇਹ ਦੋਨੋਂ ਹੀ ਬੀਪੀ ਦਾ ਟ੍ਰੀਟਮੈਂਟ ਨਹੀਂ ਹੈ। ਬੀਪੀ ਕਿਵੇਂ ਘਟ ਸਕਦਾ ਹੈ ਇਹਨਾਂ ਨਾਲ? ਅਗਰ ਘਟਦਾ ਹੁੰਦਾ ਜਾਂ ਪੇਸ਼ੈਂਟ ਨੂੰ ਸਿਰਫ ਆਪਦੇ ਗੈਸਟਰਾਈਟਿਸ ਜਾਂ ਜੋ ਉਹਨੂੰ ਤੇਜ਼ਾਬ ਬਣਿਆ ਹੈ ਜਾਂ ਗੈਸ ਵਾਲੀ ਪ੍ਰੋਬਲਮ ਹੈ ਉਹ ਥੋੜੀ ਜਿਹੀ ਬੈਟਰ ਹੋ ਜਾਂਦੀ ਹੈ ਇਹਨਾਂ ਨਾਲ, ਤਾਂ ਪੇਸ਼ੈਂਟ ਨੂੰ ਲੱਗਦਾ ਕਿ ਮੈਂ ਬੈਟਰ ਹੋ ਗਿਆ, ਮੇਰਾ ਬੀਪੀ ਠੀਕ ਹੋ ਗਿਆ। ਇਹ ਬਹੁਤ ਜ਼ਿਆਦਾ ਆਪਣੇ ਲੋਕਾਂ 'ਚ ਜਾਂ ਪਿੰਡਾਂ ਵਾਲੇ ਡਾਕਟਰਸ ਨੇ ਇਹ ਗੱਲਾਂ ਬਹੁਤ ਫੈਲਾਈਆਂ ਹੋਈਆਂ ਕਿ ਹਾਂ ਭਾਈ ਐਵੇਂ ਬੀਪੀ ਵੱਧ ਗਿਆ ਤੁਹਾਡਾ ਬਹੁਤ ਜ਼ਿਆਦਾ, ਇਹ ਹੋ ਗਿਆ ਉਹ ਹੋ ਗਿਆ, ਉਹ ਪਤਾ ਨਹੀਂ ਕਿਹੜੀਆਂ ਕਿਹੜੀਆਂ ਦਵਾਈਆਂ ਦੇ ਦਿੰਦੇ ਆ ਜਾਂ ਫਿਰ ਉਹ ਲਿਮਕਾ ਪਿਆ ਦਿੰਦੇ ਆ ਲੈਮਨ। ਮੇਰੇ ਹਿਸਾਬ ਨਾਲ ਇਹਨਾਂ ਨਾਲ ਕੋਈ ਫਰਕ ਨਹੀਂ ਪੈਂਦਾ, ਠੀਕ ਹੈ, ਕਿਉਂਕਿ ਇਹ ਦਵਾਈਆਂ ਅਗਰ ਇੰਨੀ ਈਜ਼ੀ ਹੁੰਦਾ ਬੀਪੀ ਕੰਟਰੋਲ ਕਰਨਾ ਤਾਂ ਇੰਨੇ ਸਾਰੇ ਡਾਕਟਰਸ ਜਾਂ ਇੰਨੀ ਸਾਰੀਆਂ ਦਵਾਈਆਂ ਬਿਲਕੁਲ ਨਾ ਬਣਦੀਆਂ। ਇਸ ਤੋਂ ਬੈਟਰ ਕੀ ਚੀਜ਼ ਹੈ, ਆਪਦਾ ਬੀਪੀ ਇੱਕ ਵਾਰੀ ਜ਼ਰੂਰ ਚੈੱਕ ਕਰੋ। ਅਗਰ ਇਨ ਕੇਸ ਉਹ ਵਧਿਆ ਹੋਇਆ ਤਾਂ ਆਪਦੇ ਪ੍ਰਿਸਕ੍ਰਾਈਬਡ ਬੀਪੀ ਦੀ ਮੈਡੀਕੇਸ਼ਨ ਲਓ, ਜਾਂ ਉਸੇ ਟਾਈਮ ਅਗਰ ਤੁਹਾਨੂੰ ਬੀਪੀ ਘੱਟ ਕਰਨਾ ਤਾਂ ਬੀ ਕਾਮ।
ਆਪਦੇ ਲੰਬੇ ਲੰਬੇ ਸਾਹ ਲੈਣੇ ਚਾਹੀਦੇ ਆ, ਆਪਦੇ ਆਪ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਰਾਦਰ ਦੈਨ ਆਪਾਂ ਕੀ ਕਰਦੇ ਹਾਂ, ਬੀਪੀ ਵਾਲੇ ਪੇਸ਼ੈਂਟ ਨੂੰ ਕੀ ਹੁੰਦਾ ਹੈ, ਮੈਂ ਹੋਰ ਬੰਦੇ ਇਕੱਠੇ ਕਰੀ ਜਾਵਾਂ ਉੱਥੇ, ਜਾਂ ਆਪਣੇ ਰਿਲੇਟਿਵਸ ਨੂੰ ਕੀ ਹੁੰਦਾ, ਆਪਾਂ ਬਹੁਤ ਸਾਰੇ ਲੋਕ ਉਹਨਾਂ ਕੋਲ ਇਕੱਠੇ ਹੋ ਜਾਂਦੇ ਆ ਤੇ ਉਹਨਾਂ ਨੂੰ ਹੋਰ ਪਰੇਸ਼ਾਨ ਕਰ ਦਿੰਦੇ ਆ ਕਿ ਉਹ ਬੀਪੀ ਕੰਟਰੋਲ ਹੀ ਨਹੀਂ ਹੋ ਪਾਉਂਦਾ। ਅਗਰ ਕਿਸੇ ਪੇਸ਼ੈਂਟ ਨੂੰ ਆ ਲੱਗਦਾ ਹੈ ਜਾਂ ਆਪਣੇ ਰਿਲੇਟਿਵ ਨੂੰ ਕਿਸੇ ਨੂੰ ਬੀਪੀ ਦੀ ਲੱਗਦਾ ਹੈ ਕਿ ਬੀਪੀ ਵਧਿਆ ਹੋਇਆ ਹੈ, ਜਾਂ ਉਸ ਨੂੰ ਆਪਾਂ ਜਦੋਂ ਮੈਜਰ ਕਰਦੇ ਹਾਂ ਬੀਪੀ ਜ਼ਿਆਦਾ ਆ ਰਿਹਾ, ਤਾਂ ਉਸਨੂੰ ਇੱਕ ਅਟੈਂਡੈਂਟ ਉਹਦੇ ਕੋਲ ਰਹਿਣਾ ਚਾਹੀਦਾ। ਬਾਕੀ ਉਹਨੂੰ ਕੋਈ ਬੋਦਰ ਨਹੀਂ, ਉਹਨੂੰ ਸ਼ਾਂਤ ਜਿੰਨਾ ਮਾਹੌਲ ਮਿਲੇਗਾ ਉਹਦਾ ਬੀਪੀ ਉਨਾ ਹੀ ਜਲਦੀ ਅੰਡਰ ਕੰਟਰੋਲ ਆਏਗਾ ਅਗਰ ਉਹ ਬੀਪੀ ਵਧਿਆ ਹੋਇਆ। ਨਹੀਂ ਤਾਂ ਮੇਰੀ ਜੋ ਕਲੀਨਿਕਲ ਪ੍ਰੈਕਟਿਸ ਹੈ, ਜੋ ਮੇਰੀ ਕਲੀਨਿਕਲ ਨੌਲੇਜ ਮੈਨੂੰ ਦੱਸਦੀ ਹੈ, ਉਹ ਮੋਸਟਲੀ ਪੇਸ਼ੈਂਟ ਗੈਸ ਜਾਂ ਇਹੋ ਜਿਹੀ ਕੋਈ ਪ੍ਰੋਬਲਮ ਨਾਲ ਸਫਰ ਕਰ ਰਹੇ ਹੁੰਦੇ ਆ, ਤੇ ਉਸ ਟਾਈਮ ਤੇ ਅਗਰ ਲਿਮਕਾ ਜਾਂ ਲੈਮਨ ਦਿੰਦੇ ਆ ਤਾਂ ਉਹ ਠੀਕ ਹੋ ਜਾਂਦੇ ਆ। ਬੀਪੀ ਉਹ ਵਿੱਚ ਉਹਦਾ ਕੋਈ ਰਿਲੇਸ਼ਨ ਨਹੀਂ ਹੈ। ਸਰ, ਇੱਕ ਹੈਲਦੀ ਪਰਸਨ ਬੀਪੀ ਨੂੰ ਅਵੋਇਡ ਕਿਸ ਤਰ੍ਹਾਂ ਕਰ ਸਕਦਾ ਹੈ? ਯੈਸ, ਪਹਿਲੇ ਤਾਂ ਮੈਂ ਤੁਹਾਨੂੰ ਆਹੀ ਦੱਸਿਆ ਕਿ ਹਾਈਪਰਟੈਂਸ਼ਨ ਕੰਟਰੋਲ ਕਰਨ ਵਾਸਤੇ ਡਾਈਟ ਕਿਹੜੀ ਹੈ ਨਾ, ਉਸ ਨੂੰ ਦੱਸਿਆ ਮੈਂ ਤੁਹਾਨੂੰ। ਹਾਂ, ਇਹਦੇ ਵਿੱਚ ਹੁਣ ਇੱਕ ਹੈਲਦੀ ਪੇਸ਼ੈਂਟ ਹੈ, ਹੈਲਦੀ ਪਰਸਨ ਹੈ, ਉਸ ਨੂੰ ਬੀਪੀ ਕਿਵੇਂ ਨਾ ਹੋਏ, ਉਹ ਦੋ ਚੀਜ਼ਾਂ ਤੇ ਡਿਪੈਂਡ ਕਰਦਾ ਹੈ। ਰਿਸਕ ਫੈਕਟਰਸ ਕੀ ਹੈ ਪੇਸ਼ੈਂਟ ਦੀ ਲਾਈਫ 'ਚ? ਬੇਸਿਕਲੀ ਅਗਰ ਇੱਕ ਹੁੰਦੇ ਆ ਮੋਡੀਫਾਈਬਲ ਰਿਸਕ ਫੈਕਟਰ, ਇੱਕ ਹੁੰਦੇ ਆ ਨਾਨ ਮੋਡੀਫਾਈਬਲ। ਮੋਡੀਫਾਈਬਲ ਦਾ ਮਤਲਬ ਹੈ ਜਿਹਨੂੰ ਤੁਸੀਂ ਆਪਦੀ ਵਿਲ ਪਾਵਰ ਨਾਲ ਚੇਂਜ ਕਰ ਸਕਦੇ ਹੋ, ਤੇ ਨਾਨ ਮੋਡੀਫਾਈਬਲ ਉਹ ਨੇ ਜੋ ਤੁਸੀਂ ਨਹੀਂ ਚੇਂਜ ਕਰ ਸਕਦੇ। ਫੋਰ ਐਗਜ਼ਾਮਪਲ, ਜਿਵੇਂ ਨਾਨ ਮੋਡੀਫਾਈਬਲ ਕਿਹੜੇ ਹੋਣਗੇ? ਏਜ, ਤੁਸੀਂ ਏਜ ਕਦੀ ਆਪਦੀ ਘੱਟ ਨਹੀਂ ਕਰ ਸਕਦੇ, ਵੱਧ ਜ਼ਰੂਰ ਸਕਦੀ ਹੈ ਬਟ ਘਟਦੀ ਨਹੀਂ ਹੈ, ਤਾਂ ਇੱਕ ਫੈਕਟਰ ਆ ਹੋ ਗਿਆ ਜਿਹਨੂੰ ਤੁਸੀਂ ਚੇਂਜ ਨਹੀਂ ਕਰ ਸਕਦੇ। ਦੂਸਰਾ, ਫੈਮਿਲੀ ਹਿਸਟਰੀ ਵੀ ਤੁਸੀਂ ਚੇਂਜ ਨਹੀਂ ਕਰ ਸਕਦੇ। ਅਗਰ ਤੁਹਾਡੇ ਫਾਦਰ ਮਦਰ ਨੂੰ ਬੀਪੀ ਸੀਗਾ ਤਾਂ ਤੁਹਾਨੂੰ ਹੋ ਸਕਦਾ ਆਏਗਾ, ਮੈਂ ਆ ਨਹੀਂ ਕਹਿ ਰਿਹਾ ਆਏਗਾ ਹੀ ਆਏਗਾ, ਬਟ ਤੁਸੀਂ ਰਿਸਕ ਫੈਕਟਰ ਤੇ ਹੋ ਉਸ ਤੇ, ਤਾਂ ਇਹ ਦੋਨੋਂ ਚੀਜ਼ਾਂ ਤੁਸੀਂ ਚੇਂਜ ਨਹੀਂ ਕਰ ਸਕਦੇ। ਹੁਣ ਆਨੇ ਆਪਾਂ ਮੋਡੀਫਾਈਬਲ ਰਿਸਕ ਫੈਕਟਰ ਕੀ ਚੇਂਜ ਕੀ ਕਰ ਸਕਦੇ ਹੋ। ਫਸਟ ਆਫ ਆਲ ਡਾਈਟ, ਜੋ ਮੈਂ ਹੁਣੇ ਐਕਸਪਲੇਨ ਕੀਤੀ, ਆਇਲੀ ਫੈਟੀ ਫੂਡ ਨਹੀਂ ਖਾਣਾ, ਐਲਕੋਹਲ ਬਿਲਕੁਲ ਮਿਨੀਮਲ, ਅਗਰ ਤੁਸੀਂ ਬਹੁਤ ਜ਼ਿਆਦਾ ਟਾਈਮ ਤੋਂ ਪੀ ਰਹੇ ਹੋ, ਜਾਂ ਫਿਰ ਅਗਰ ਤੁਸੀਂ ਨਹੀਂ ਪੀਂਦੇ ਤਾਂ ਬਿਲਕੁਲ ਵੀ ਨਹੀਂ ਸਟਾਰਟ ਕਰਨੀ। ਥਰਡ, ਇਨਟੇਕ ਬਿਲਕੁਲ ਬੰਦ ਹੀ ਕਰ ਦੇਣਾ ਅਗਰ ਤੁਸੀਂ ਰਿਸਕ ਫੈਕਟਰ ਬਹੁਤ ਜ਼ਿਆਦਾ ਹੈਵੀ ਹੈ, ਅਗਰ ਤੁਸੀਂ ਹੈਵੀ ਬੋਡੀ ਤੁਹਾਡੀ ਬਹੁਤ ਜ਼ਿਆਦਾ ਹੈਵੀ ਹੈ। ਵੇਟ ਲਾਸ ਦਾ ਬਹੁਤ ਇਫੈਕਟ ਹੁੰਦਾ ਹਾਈਪਰਟੈਂਸ਼ਨ ਤੇ ਵੇਟ ਗੇਨ ਦਾ। ਵੇਟ ਅਗਰ ਜ਼ਿਆਦਾ ਹੈ ਪੇਸ਼ੈਂਟ ਦਾ ਤਾਂ ਉਹਨੂੰ ਬੀਪੀ ਇਵੈਂਚੁਅਲੀ ਆ ਹੀ ਜਾਂਦਾ ਥੋੜੇ ਸਾਲਾਂ ਬਾਅਦ। ਤਾਂ ਵੇਟ ਲਾਸ ਇੱਕ ਹੋਰ ਚੀਜ਼ ਹੋ ਗਈ ਜੋ ਇੱਕ ਮੋਡੀਫਾਈਬਲ ਰਿਸਕ ਫੈਕਟਰ ਹੈ ਜਿਹਨੂੰ ਆਪਾਂ ਕੰਟਰੋਲ ਕਰ ਸਕਦੇ ਹਾਂ। ਫਿਰ ਆਉਂਦਾ ਹੈ ਜੀ ਨਮਕ। ਮੈਂ ਤੁਹਾਨੂੰ ਦੱਸਿਆ ਇੱਕ ਹੈਲਦੀ ਬੰਦੇ ਨੂੰ 5 ਗ੍ਰਾਮ ਤੋਂ ਜ਼ਿਆਦਾ ਨਮਕ ਨਹੀਂ ਲੈਣਾ ਚਾਹੀਦਾ। ਇਹ ਸਾਰੇ ਫੈਕਟਰਸ ਜਿਹੜੇ ਹੈਗੇ ਆ ਇਹਨੂੰ ਫੋਲੋ ਕਰਕੇ, ਪਲੱਸ ਇੱਕ ਰੈਗੂਲਰ ਰੂਟੀਨ ਐਕਸਰਸਾਈਜ਼, ਪਲੱਸ ਮੈਡੀਟੇਸ਼ਨ। ਇਹਦਾ ਮੈਡੀਟੇਸ਼ਨ ਕਿਉਂਕਿ ਸ਼ਾਂਤ ਰਹਿਣਾ ਬੀਪੀ ਦੇ ਪੇਸ਼ੈਂਟ ਵਾਸਤੇ ਬਹੁਤ ਜ਼ਰੂਰੀ ਹੈ। ਕੋਈ ਵੀ ਸਟ੍ਰੈਸ ਹੁੰਦਾ ਹੈ ਸਭ ਤੋਂ ਪਹਿਲੇ ਬੀਪੀ ਹੀ ਵੱਧਦਾ। ਤਾਂ ਮੇਰੇ ਹਿਸਾਬ ਨਾਲ ਸਭ ਤੋਂ ਇੰਪੋਰਟੈਂਟ ਹੈ ਇੱਕ ਮੈਡੀਟੇਸ਼ਨ ਦੇ ਰੂਟੀਨ ਨੂੰ ਫੋਲੋ ਕਰਨਾ, ਪਲੱਸ ਡਾਇਟ ਪ੍ਰੋਪਰਲੀ ਲੈਣਾ, ਪਲੱਸ ਐਕਸਰਸਾਈਜ਼ ਰੂਟੀਨਲੀ 30 ਮਿਨਟਸ ਫॉर ਯੂਅਰ ਬॉडी। ਇੱਕ ਮਤਲਬ ज़्यादा इंटेंसिफाइड नहीं, बहुत ज़्यादा हैवी एक्सरसाइज नहीं करनी, लाइट एक्सरसाइज या मीडियम एक्सरसाइज भी बहुत है। वो 30 मिनट्स फॉर अ डे एंड 2 दिन दा रेस्ट पूरे वीक का। ਇਹ ਸਭ ਚੀਜ਼ਾਂ ਨਾਲ ਤੁਹਾਡੀ ਲਾਈਫ ਦਾ ਜਾਂ ਤੁਹਾਡੇ ਹੋਰ ਬਿਮਾਰੀਆਂ ਬਹੁਤ ਜ਼ਿਆਦਾ ਘਟ ਸਕਦੀਆਂ ਇਸ ਚੀਜ਼ ਨਾਲ। ਤਾਂ ਇਹ ਇੰਪੋਰਟੈਂਟ ਹੈ ਇੱਕ ਹੈਲਦੀ ਪਰਸਨ ਨੂੰ ਹੈਲਦੀ ਰਹਿਣ ਵਾਸਤੇ ਕਿ ਉਹ ਬੀਪੀ ਤੋਂ ਦੂਰ ਰਹੇ। फिर है हाउ टू कंट्रोल हाइपरटेंशन इन एन एमरजेंसी एट होम विदाउट मेडिकेशन। सो आई हैव बीन आस्क्ड दिस क्वेश्चन मल्टीपल टाइम्स, बट ਇਹਦਾ ਇੱਕੋ ਸੋਲਿਊਸ਼ਨ ਆਈ ਹੈ, ਪੇਸ਼ੈਂਟ ਨੂੰ ਸ਼ਾਂਤੀ ਨਾਲ ਰੈਸਟ ਕਰਨ ਦੀ ਲੋੜ ਹੁੰਦੀ ਹੈ। ਨਾ ਕੋਈ ਦਵਾਈ ਹੈ ਘਰ ਵਿੱਚ ਬਣੀ ਹੋਈ, ਨਾ ਕੋਈ ਹੋਰ ਕੋਈ ਤਰੀਕਾ ਹੁੰਦਾ। ਹਾਂ, ਇੱਕ ਆ ਹੁੰਦਾ ਹੈ ਕਿ ਹਾਂ ਪੇਸ਼ੈਂਟ ਨੂੰ ਥੋੜ੍ਹਾ ਜਿਹਾ ਕਾਮ ਕਰਨ ਵਾਸਤੇ ਪੇਸ਼ੈਂਟ ਨਾਲ ਅੱਛੀਆਂ ਗੱਲਾਂ ਕੀਤੀਆਂ ਜਾਣ, ਜਾਂ ਪੇਸ਼ੈਂਟ ਨੂੰ ਸਿਕਿਉਰ ਫੀਲ ਕਰਾਇਆ ਜਾਵੇ ਕਿ ਹਾਂ ਨਹੀਂ ਸਭ ਕੁਝ ਠੀਕ ਹੈ। ਅਗਰ ਕੋਈ ਸਟ੍ਰੈਸ ਫੈਕਟਰ ਹੈ ਉਹਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਯੂਜੂਲੀ ਐਵੇਂ ਬੀਪੀ ਜ਼ਿਆਦਾਤਰ ਪੇਸ਼ੈਂਟਸ ਦਾ ਅਗਰ ਪਹਿਲੇ ਨਹੀਂ ਹੈਗਾ ਬੀਪੀ ਦੀ ਪ੍ਰੋਬਲਮ, ਤਾਂ ਉਹਦਾ ਬੀਪੀ ਮੋਸਟ ਆਫ ਦਾ ਕੰਡੀਸ਼ਨਸ 'ਚ ਕੋਈ ਟੈਨਸ਼ਨ ਜਾਂ ਕੋਈ ਸਟ੍ਰੈਸ ਹੁੰਦਾ ਹੈ ਲਾਈਫ 'ਚ ਤਾਂ ਹੀ ਵੱਧਦਾ। ਆਮ ਤੌਰ 'ਤੇ ਵੈਸੇ ਬੀਪੀ ਵਧਣ ਦੇ ਕਾਰਨ ਬਹੁਤ ਘੱਟ ਹੁੰਦੇ ਆ ਕਿ ਹਾਂ ਇੰਨੀ ਜਲਦੀ ਇੱਕੋਦਮ ਬੀਪੀ ਵਧਣਾ ਸ਼ੁਰੂ ਹੋ ਜਾਏ ਤੇ ਪਲੱਸ ਉਹ ਵਧੀ ਜਾਵੇ। ਉਹ ਰੀਜ਼ਨ ਬਹੁਤ ਘੱਟ ਹੁੰਦੇ ਆ। ਮੋਸਟਲੀ ਸਟ੍ਰੈਸ ਹੀ ਰੀਜ਼ਨ ਹੁੰਦਾ ਇੱਕ ਨਾ ਹਾਈਪਰਟੈਂਸ਼ਨ ਵਾਲੇ ਪੇਸ਼ੈਂਟ ਨੂੰ ਹਾਈਪਰਟੈਂਸ਼ਨ ਹੋਣ ਦਾ। ਤਾਂ ਇਹੀ ਇੰਪੋਰਟੈਂਟ ਹੈ। ਸਟ੍ਰੈਸ ਪੇਸ਼ੈਂਟ ਦੀ ਗੱਲ ਸੁਣੋ,
ਕਿਉਂ ਉਹਨੂੰ ਲੱਗ ਰਿਹਾ ਹੈ ਕਿ ਉਹਦਾ ਬੀਪੀ ਵਧਿਆ ਹੈ, ਜਾਂ ਫਿਰ ਉਹਨੂੰ ਕੀ ਸਟ੍ਰੈਸ ਹੈ ਲਾਈਫ 'ਚ, ਜਾਂ ਜੋ ਹੁਣੇ ਵੀ ਹੋ ਰਿਹਾ ਉਹਦੀ ਲਾਈਫ 'ਚ, ਉਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਤਾਂ ਉਹ ਬੈਸਟ ਤਰੀਕਾ ਹੈ, ਵਿਦਆਊਟ ਮੈਡੀਕੇਸ਼ਨ। ਦੇਸੀ ਨੁਸਖੇ, ਲੈਮਨ ਜਾਂ ਕੋਈ ਹੋਰ ਚੀਜ਼ਾਂ, ਲਿਮਕਾ, ਇਹਨਾਂ ਨਾਲ ਨਹੀਂ ਫਰਕ ਪੈਂਦਾ। ਬੇਸਿਕਲੀ ਅਗਰ ਤੁਸੀਂ ਉਹ ਪੇਸ਼ੈਂਟ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਮੋਸਟ ਲਾਈਕਲੀ ਉਹਨਾਂ ਦਾ ਬੀਪੀ ਲੋਅਰ ਡਾਊਨ ਹੋ ਜਾਏਗਾ ਥੋੜੀ ਦੇਰ ਤੱਕ। ਤਾਂ ਇਹ ਇੰਪੋਰਟੈਂਟ ਚੀਜ਼ ਹੈ ਜੋ ਇੱਕ ਹਾਈਪਰਟੈਂਸ਼ਨ ਵਾਲੇ ਪੇਸ਼ੈਂਟ ਨੂੰ ਘਰੇ ਆਪਾਂ ਕਰ ਸਕਦੇ ਹਾਂ। ਇਸ ਤੋਂ ਇਲਾਵਾ ਜੋ ਡਾਇਬਟੀਜ਼ ਹੈ, ਉਹ ਹਾਈਪਰਟੈਂਸ਼ਨ ਤੇ ਡਾਇਬਟੀਜ਼ ਦਾ ਆਪਸ 'ਚ ਰਿਲੇਸ਼ਨ ਬਹੁਤ ਜ਼ਿਆਦਾ ਕਾਮਨ ਹੈ। ਕਿਸੇ ਪੇਸ਼ੈਂਟ ਨੂੰ ਅਗਰ ਡਾਇਬਟੀਜ਼ ਹੈ ਤਾਂ ਉਸ ਨੂੰ ਹਰ ਆਪਦੇ ਵਿਜ਼ਿਟਸ ਤੇ ਡਾਕਟਰ ਕੋਲ ਹਰ ਮਹੀਨੇ ਜਦੋਂ ਵੀ ਪੇਸ਼ੈਂਟ ਜਾਂਦਾ ਹੈ ਬੀਪੀ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ। ਡਾਕਟਰ ਕੋਲ ਜਾਏਗਾ ਤਾਂ ਡਾਕਟਰ ਤਾਂ ਜ਼ਰੂਰ ਦੇਖੇਗਾ ਹੀ, ਬਟ ਇਵੈਂਚੁਅਲੀ ਘਰੇ ਵੀ ਪੇਸ਼ੈਂਟ ਨੂੰ ਬੀਪੀ ਜ਼ਰੂਰ ਮੈਜਰ ਕਰਦੇ ਰਹਿਣਾ ਚਾਹੀਦਾ ਹੈ, ਬਿਕੋਜ਼ ਡਾਇਬਟੀਜ਼ ਖੁਦ ਵੀ ਪੂਰੇ ਦੇ ਪੂਰੇ ਸਰੀਰ ਨੂੰ ਇਨਵੋਲਵ ਕਰਦੀ ਹੈ। ਪਰ ਇੱਕ ਵਾਰੀ ਜਦੋਂ ਪੇਸ਼ੈਂਟ ਨੂੰ ਡਾਇਬਟੀਜ਼ ਦੇ ਨਾਲ ਹਾਈਪਰਟੈਂਸ਼ਨ, ਬੀਪੀ ਵੀ ਵੱਧ ਜਾਣਾ ਸ਼ੁਰੂ ਹੋ ਜਾਂਦਾ ਹੈ, ਉਸ ਤੋਂ ਬਾਅਦ ਇਹ ਡਬਲ ਇਫੈਕਟ ਕਰਦੀਆਂ ਬੋਡੀ ਨੂੰ। ਤਾਂ ਇਹ ਮੈਂ ਇੰਪੋਰਟੈਂਟ ਇੱਕ ਨੋਟ ਤੁਹਾਨੂੰ ਜ਼ਰੂਰ ਦੱਸਣਾ ਚਾਹਨਾ ਕਿ ਇੱਕ ਪੇਸ਼ੈਂਟ ਜਿਹਨੂੰ ਪਹਿਲੇ ਹੀ ਆਲਰੇਡੀ ਇੱਕ ਦੋਨਾਂ ਵਿੱਚੋਂ ਇੱਕ ਬਿਮਾਰੀ ਹੈ ਤਾਂ ਦੂਸਰੇ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ਕਿ ਤੁਹਾਨੂੰ ਸ਼ਾਇਦ ਦੂਸਰੀ ਕਿਤੇ ਡਾਇਬਟੀਜ਼ ਜਾਂ ਹਾਈਪਰਟੈਂਸ਼ਨ ਤਾਂ ਨਹੀਂ ਹੋ ਗਈ ਹੈ। ਤਾਂ ਇਹਦਾ ਧਿਆਨ ਜ਼ਰੂਰ ਰੱਖੋ, ਕਿਉਂਕਿ ਇਹ ਦੋ ਬਿਮਾਰੀਆਂ ਜੋ ਨੇ ਅੱਜ ਦੇ ਟਾਈਮ 'ਚ ਆਪਣੇ ਇੰਡੀਆ 'ਚ ਬਹੁਤ ਜ਼ਿਆਦਾ ਵੱਧ ਰਹੀਆਂ, ਤੇ ਇਸ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ। ਤੇ ਸਾਡੇ ਵਰਗੇ ਡਾਕਟਰਸ ਦਾ ਫਰਜ਼ ਵੀ ਹੈ ਕਿ ਪੇਸ਼ੈਂਟਸ ਨੂੰ ਸਮਝਾਉਣ ਕਿ ਹਾਂ, ਇੱਕ ਡਾਇਬਟੀਜ਼ ਤੇ ਹਾਈਪਰਟੈਂਸ਼ਨ ਨੂੰ ਲਾਈਟਲੀ ਲੈਣਾ ਬਹੁਤ 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 ਜਾਨਲੇਵਾ ਹੋ ਸਕਦਾ ਹੈ। ਕਿਉਂਕਿ ਮੋਸਟਲੀ ਹਾਈਪਰਟੈਂਸ਼ਨ ਜੋ ਪੇਸ਼ੈਂਟਸ ਨੂੰ ਹੁੰਦੀ ਹੈ ਜਾਂ ਹਾਰਟ ਅਟੈਕ ਆਉਂਦੇ ਆ, ਉਹ ਇਹਨਾਂ ਦੋ ਬਿਮਾਰੀਆਂ ਨਾਲ ਹੀ ਆਉਂਦੇ ਆ। ਤੇ ਜਿੰਨੇ ਵੀ ਮੇਰੇ ਕੋਲ ਹੁਣ ਪੇਸ਼ੈਂਟਸ ਗੁਰਦੇ ਦੀ ਬਿਮਾਰੀ ਤੋਂ ਪ੍ਰੋਬਲਮ ਹੈ ਜਾਂ ਜੋ ਵੀ ਹਾਰਟ ਦੀ ਪ੍ਰੋਬਲਮ ਹੈ, ਉਹਨਾਂ ਨੂੰ ਇਹ ਬਿਮਾਰੀਆਂ ਦੋਨੋਂ ਬਹੁਤ ਲੰਬੇ ਟਾਈਮ ਤੋਂ ਹੋ ਰਹੀਆਂ ਹੁੰਦੀਆਂ। ਤੇ ਸਭ ਤੋਂ ਵੱਡੀ ਗਲਤੀ ਜੋ ਪੇਸ਼ੈਂਟਸ ਕਰਦੇ ਆ, ਉਹ ਆਹੀ ਕਰਦੇ ਆ ਕਿ ਉਹ ਜਾਗਰੂਕ ਹੀ ਨਹੀਂ ਹੁੰਦੇ ਕਿ ਉਹਨਾਂ ਨੂੰ ਹਾਂ ਬੀਪੀ ਨਾਲ ਕੀ ਹੋ ਸਕਦਾ ਹੈ ਜਾਂ ਸ਼ੂਗਰ ਦੀ ਪ੍ਰੋਬਲਮ ਨਾਲ ਕੀ ਕੀ ਹੋ ਸਕਦਾ ਹੈ, ਤਾਂ ਉਹ ਲੈਂਦੇ ਹੀ ਨਹੀਂ ਆ ਦਵਾਈਆਂ, ਉਹ ਲਾਈਟਲੀ ਲੈਂਦੇ ਆ ਬਹੁਤ ਜ਼ਿਆਦਾ। ਪਲੱਸ ਕੁਝ ਪੇਸ਼ੈਂਟਸ ਆਉਂਦੇ ਆ ਕਿ ਹਾਂ ਅਸੀਂ ਸਾਡਾ ਇਹ ਮੈਂ ਜ਼ਰੂਰ ਡਿਸਕਸ ਕਰਨਾ ਚਾਹੁੰਦਾ ਅਫੀਮ ਬਾਰੇ। ਕਈ ਪੇਸ਼ੈਂਟਸ ਮੇਰੇ ਕੋਲ ਬਹੁਤ ਸਾਰੇ ਪੇਸ਼ੈਂਟਸ ਆਉਂਦੇ ਆ ਜੋ ਕਹਿੰਦੇ ਆ ਕਿ ਨਹੀਂ ਸਾਡਾ ਬੀਪੀ 200 ਹੋ ਗਿਆ ਸੀਗਾ ਜੀ, 400 ਹੋ ਗਿਆ, ਇਹ 220 ਹੋ ਗਿਆ, ਇੰਨਾ ਹੋ ਗਿਆ, ਤੇ ਅਸੀਂ ਥੋੜੀ ਜਿਹੀ ਅਫੀਮ ਖਾ ਲਈ ਤੇ ਅਸੀਂ ਠੀਕ ਹੋ ਗਏ। ਦੇਖੋ, ਅਫੀਮ ਬਾਰੇ ਮੈਂ ਤੁਹਾਨੂੰ ਦੱਸਦਾ, ਅਫੀਮ ਇੱਕ ਮੈਡੀਸਨ ਹੈ, ਨਾ ਕਿ ਇੱਕ ਨਸ਼ਾ ਜਿਹਨੂੰ ਲੋਕੀ ਨਸ਼ੇ ਦੇ ਤੌਰ ਤੇ ਯੂਜ਼ ਕਰ ਰਹੇ, ਬਹੁਤ ਗਲਤ ਹੈ। ਅਫੀਮ ਇੱਕ ਮੈਡੀਸਿਨ ਹੈ ਜੋ ਦਵਾਈਆਂ 'ਚ ਵੀ ਆਉਂਦੀ ਹੈ, ਦਵਾਈ ਵੀ ਬਣਦੀ ਹੈ ਉਹਦੀ, ਤੇ ਉਹਨੂੰ ਦਵਾਈ ਦੀ ਤਰ੍ਹਾਂ ਤੇ ਹੀ ਯੂਜ਼ ਕਰਨਾ ਚਾਹੀਦਾ ਹੈ, ਇੱਕ ਪ੍ਰਿਸਕ੍ਰਾਈਬਡ ਡਾਕਟਰ ਦੀ ਮੈਡੀਕੇਸ਼ਨ ਦੇ ਅੰਡਰ, ਰਾਦਰ ਦੈਨ ਤੁਸੀਂ ਉਸ ਦਾ ਗਲਤ ਇਸਤੇਮਾਲ ਕਰਕੇ ਉਸ ਨੂੰ ਨਸ਼ੇ ਦੀ ਲੱਤ ਤੱਕ ਲੈ ਜਾਓ। ਉਹ ਮੈਡੀਸਿਨਲ ਕੁਆਂਟਿਟੀ ਥੋੜੀ ਕੁਆਂਟਿਟੀ 'ਚ ਜਿਹੜੀ ਹੁੰਦੀ ਹੈ ਅਫੀਮ, ਜੋ ਟੈਬਲੇਟਸ ਦੀ ਫਾਰਮ 'ਚ ਆਉਂਦੀ ਹੈ ਜੋ ਡਾਕਟਰਸ ਅਸੀਂ ਲੋਕ ਲਿਖਦੇ ਹਾਂ, ਉਹ ਤਾਂ ਹੁੰਦੀ ਹੈ ਬਿਕੋਜ਼ ਮੋਰਫਿਨ ਇੱਕ ਪੇਨ ਕਿਲਰ ਹੈ, ਦਰਦ ਦੀ ਦਵਾਈ ਹੈ ਉਹ ਮੋਰਫਿਨ। ਬੇਸਿਕਲੀ ਉਹ ਪੇਨ ਕਿਲਰ ਨਾਲ, ਇੱਥੇ ਜਿਹੜੇ ਮੇਰੇ ਤੋਂ ਕੁਐਸਚਨ ਪੁੱਛ ਰਹੇ ਹੋ ਤੁਸੀਂ ਕਿ ਹਾਂ ਘਰੇ ਦੇਣ ਨਾਲ ਉਹ ਠੀਕ ਹੋ ਜਾਂਦਾ, ਕਿਵੇਂ ਹੋ ਜਾਂਦਾ, ਤਾਂ ਅਫੀਮ ਨਾਲ ਕੀ ਹੁੰਦਾ, ਅਫੀਮ ਨਾਲ ਬੇਸਿਕਲੀ ਥੋੜੀ ਜਿਹੀ ਸਿਡੇਸ਼ਨ, ਨੀਂਦ ਆਉਂਦੀ, ਥੋੜੀ ਜਿਹੀ ਸਿਡੇਸ਼ਨ ਹੋ ਜਾਂਦੀ ਹੈ, ਨੀਂਦ ਹੁੰਦੀ ਹੈ, ਪਲੱਸ ਉਹਦੇ ਨਾਲ ਦਰਦ ਖਤਮ ਹੋ ਜਾਂਦਾ, ਤਾਂ ਪੇਸ਼ੈਂਟ ਦਾ ਜੋ ਬੀਪੀ ਹੈ ਉਹ ਲੋਅਰ ਡਾਊਨ ਹੋ ਜਾਂਦਾ ਹੈ। ਤਾਂ ਐਵੇਂ ਕੰਮ ਕਰਦੀ ਹੈ ਅਫੀਮ, ਨਾ ਕਿ ਉਹ ਦਵਾਈ ਹੈ ਉਸ ਚੀਜ਼ ਦੀ। ਬੀਪੀ ਦੀ ਦਵਾਈ ਨਹੀਂ ਹੈ ਅਫੀਮ, ਨਾ ਕਿਸੇ ਹੋਰ ਚੀਜ਼ ਦੀ ਦਵਾਈ ਹੈ, ਉਹ ਸਿਰਫ ਪੇਨ ਕਿਲਰ ਹੈ, ਔਰ ਕਿਸੇ ਹੋਰ ਚੀਜ਼ ਦੀ ਦਵਾਈ ਨਹੀਂ ਹੈਗੀ। ਉਸ ਨੂੰ ਨਸ਼ੇ ਦੀ ਤਰ੍ਹਾਂ ਯੂਜ਼ ਕਰਨਾ ਬਹੁਤ ਵੱਡੀ ਗਲਤੀ ਹੈ ਲੋਕਾਂ ਦੀ, ਕਿ ਹਾਂ ਆਦਤ ਪਾ ਲਓ ਕਿ ਹਾਂ ਮੇਰਾ ਬੀਪੀ ਵੱਧਦਾ ਸੀਗਾ, ਮੈਂ ਅਫੀਮ ਸ਼ੁਰੂ ਕਰਤੀ, ਹੁਣ ਮੇਰਾ ਬੀਪੀ ਠੀਕ ਹੈ। ਅਫੀਮ ਦੇ ਹੋਰ ਸਾਈਡ ਇਫੈਕਟਸ ਬਹੁਤ ਜ਼ਿਆਦਾ ਹੈ ਅਗਰ ਤੁਸੀਂ ਇੱਕੋ ਹੀ ਕੁਆਂਟਿਟੀ 'ਚ ਉਹਨੂੰ ਹਰ ਟਾਈਮ 'ਤੇ ਲਈ ਜਾਓਗੇ। ਪਲੱਸ ਉਹ ਅਫੀਮ ਜੋ ਹੈ ਉਹ ਬਹੁਤ ਮਿਲਾਵਟ ਦੇ ਨਾਲ, ਪਤਾ ਨਹੀਂ ਕਿਹੜੇ ਕਿਹੜੇ ਕੈਮੀਕਲਸ ਉਹਦੇ 'ਚ ਜਾਂ ਕਿਹੜੀ ਇੰਪਿਓਰਿਟੀਜ਼ ਉਹਦੇ 'ਚ ਪਾਈਆਂ ਹੁੰਦੀਆਂ ਜੋ ਜਾਨਲੇਵਾ ਖੁਦ 'ਚ ਵੀ ਹੋ ਸਕਦੀਆਂ। ਕਿੰਨੇ ਹੀ ਪੇਸ਼ੈਂਟਸ ਆਉਂਦੇ ਆ ਜੋ ਅਫੀਮ ਓਵਰਡੋਜ਼ ਨਾਲ ਪ੍ਰੋਬਲਮ, ਆਪਦੀ ਜਾਨ ਗਵਾ ਚੁੱਕੇ ਹੈ ਜਾਂ ਅਫੀਮ ਦੇ ਇੰਨੇ ਆਦੀ ਹੋ ਚੁੱਕੇ ਹੈ ਕਿ ਉਹ ਹੋਰ ਜ਼ਿੰਦਗੀ ਪੂਰੀ ਆਪਦੀ ਇੰਜੋਏ ਨਹੀਂ ਕਰ ਪਾਉਂਦੇ, ਸਾਰਾ ਦਿਨ ਅਫੀਮ ਦੇ ਨਸ਼ੇ 'ਚ। ਤਾਂ ਇਹ ਕੋਈ ਅਫੀਮ ਦਵਾਈ ਨਹੀਂ ਹੈ ਉਸ ਚੀਜ਼ ਦੀ, ਉਹ ਅੰਡਰਲਾਈਨ ਬੀਪੀ ਨੂੰ ਕੰਟਰੋਲ ਨਹੀਂ ਰੱਖਦੀ। ਬੇਸਿਕਲੀ ਉਹ ਪੇਸ਼ੈਂਟ ਨੂੰ ਨਸ਼ੇ 'ਚ ਇੰਨਾ ਕੁ ਕਰ ਦਿੰਦੀ ਹੈ ਕਿ ਉਹਦਾ ਸਟ੍ਰੈਸ ਖਤਮ ਹੋ ਜਾਂਦਾ ਤਾਂ ਉਹਦਾ ਬੀਪੀ ਠੀਕ, ਬਟ ਇਹ ਸਹੀ ਚੀਜ਼ ਨਹੀਂ ਹੈ, ਉਹ ਇੱਕ ਨਸ਼ਾ ਹੀ ਹੈ।
ਉਸਨੂੰ ਨਸ਼ੇ ਦੇ ਤੌਰ ਤੇ ਹੀ ਦੇਖਿਆ ਨਾ ਜਾਣਾ ਚਾਹੀਦਾ ਤੇ ਉਹ ਚੀਜ਼ ਯੂਜ਼ ਨਹੀਂ ਕਰਨੀ ਚਾਹੀਦੀ। Sanchi is asking कि can cutting out of sugar lowers BP? Yes, definitely Sanchi, I've been showing this photo ਤਾਂ ਇਹਦੇ ਵਿੱਚ ਸਾਫ਼ ਹੈ ਕਿ ਜੋ ਚੀਜ਼ ਆਪਾਂ ਨਹੀਂ ਲੈਣੀ ਉਹ ਸ਼ੂਗਰੀ ਪ੍ਰੋਡਕਟਸ ਨੇ। ਸੋ ਡੈਸ਼ ਡਾਈਟ ਇਹ US ਵਿੱਚ ਬਣੀ ਹੈ ਬੇਸਿਕਲੀ। ਇਸ ਨੂੰ ਜਿਹੜਾ ਕੰਸੈਪਟ ਹੈ USA ਦਾ ਕੰਸੈਪਟ ਹੈ ਜੋ ਕਿ ਪੂਰੇ ਵਰਲਡ ਓਵਰ ਯੂਜ਼ ਹੁੰਦਾ। ਤਾਂ ਇਸ ਵਿੱਚ ਜਿਵੇਂ ਸਾਫ਼ ਮੈਂਸ਼ਨ ਕੀਤਾ ਸ਼ੂਗਰਸ ਠੀਕ ਨਹੀਂ ਹੈਗੀਆਂ ਤੁਹਾਡੇ ਵਾਸਤੇ ਜਿਹੜਾ ਪੇਸ਼ੈਂਟ ਨੂੰ, ਕਿਉਂਕਿ ਵੈਸੇ ਵੀ ਸ਼ੂਗਰਸ ਲਵੋਗੇ ਤਾਂ ਚਾਂਸਿਸ ਹੈ ਕਿ ਤੁਹਾਨੂੰ ਹਾਈਪਰਟੈਂਸ਼ਨ BP ਦੇ ਨਾਲ ਸ਼ੂਗਰ ਹੋਣ ਦੇ ਵੀ ਚਾਂਸਿਸ ਰਹਿੰਦੇ ਆ। ਤਾਂ ਉਹ ਦੋਨੋਂ ਆਪਸ 'ਚ ਬਹੁਤ ਜ਼ਿਆਦਾ ਬਾਡੀ ਨੂੰ ਇਫੈਕਟ ਕਰਦੀਆਂ। ਤਾਂ ਵਾਸਤੇ ਇਹ ਦੋਨੋਂ ਚੀਜ਼ਾਂ ਹੀ ਸ਼ੂਗਰਸ ਵੀ ਜ਼ਰੂਰੀ ਹੈ। ਪਲੱਸ ਜਿੰਨੀਆਂ ਜ਼ਿਆਦਾ ਆਪਾਂ ਚੀਨੀ ਲੈਂਦੇ ਹਾਂ ਜਾਂ ਕਾਰਬੋਹਾਈਡਰੇਟ ਸਿੰਪਲ ਲੈਂਦੇ ਹਾਂ ਉਹ ਉਨੀ ਜ਼ਿਆਦਾ ਆਪਣੇ weight gain ਦਾ ਰੀਜ਼ਨ ਬਣਦੀ ਹੈ ਤੇ weight gain ਨਾਲ BP ਹੋਰ ਜ਼ਿਆਦਾ ਵੱਧਦਾ। ਤਾਂ ਇਹ ਇਹਦਾ ਜੋ ਰੀਜ਼ਨ ਹੈ ਕਿ ਆਪਾਂ ਨੂੰ ਵਾਈ ਵੀ ਸ਼ੁੱਡ ਨਾਟ ਟੇਕ ਦਿਸ ਸ਼ੂਗਰੀ ਸੋਲਿਊਸ਼ਨਸ। ਤਾਂ ਇਹ ਇੱਕ ਜ਼ਰੂਰੀ ਚੀਜ਼ ਸੀਗੀ ਜੋ ਮੈਂ ਸਮਝਾਉਣਾ ਚਾਹੁੰਦਾ ਸੀਗਾ ਤੁਹਾਨੂੰ। ਹੋਰ ਕਿਸੇ ਦਾ ਕੋਈ ਕੁਐਸਚਨ BP ਨੂੰ ਲੈ ਕੇ ਤਾਂ ਪੁੱਛ ਸਕਦਾ ਪਲੀਜ਼। ਪਲੱਸ ਹਾਂ BP ਦੀ ਮੈਡੀਕੇਸ਼ਨ ਕਾਫੀ ਲੋਕ ਲੋਕਲ ਡਾਕਟਰਸ ਤੋਂ ਸ਼ੁਰੂ ਕਰ ਲੈਂਦੇ ਆ BP ਦੀ ਦਵਾਈਆਂ। ਉਹ ਹਰ ਪੇਸ਼ੈਂਟ ਨੂੰ ਇੱਕੋ ਹੀ ਦਵਾਈ ਦੇ ਦਿੰਦੇ ਆ। ਐਵੇਂ ਨਹੀਂ ਹੈ। BP ਹਰ ਬੋਡੀ ਹਰ ਪਰਸਨ ਡਿਫਰੈਂਟ ਹੁੰਦਾ। ਹਰ ਪਰਸਨ ਤੇ ਇੱਕੋ ਹੀ BP ਦੀ ਗੋਲੀ ਠੀਕ ਨਹੀਂ ਕੰਮ ਕਰ ਸਕਦੀ, ਕਦੀ ਵੀ ਨਹੀਂ ਕਰ ਸਕਦੀ। ਤਾਂ ਉਸ ਨੂੰ ਇੰਪੋਰਟੈਂਟ ਹੈ ਕਿ ਡਾਕਟਰ ਨੂੰ ਦਿਖਾ ਕੇ ਪ੍ਰੋਪਰਲੀ ਤੇ ਉਸ ਨੂੰ ਫੋਲੋ ਕੀਤਾ ਜਾਵੇ, ਕਿਉਂਕਿ ਹਰ ਪੇਸ਼ੈਂਟਸ ਨੂੰ ਸਾਨੂੰ ਵੀ ਕਈ ਵਾਰੀ ਕਾਫੀ ਵਾਰੀ ਟੈਬਲੇਟ ਚੇਂਜ ਕਰਨੀ ਪੈਂਦੀ ਹੈ। ਕੋਈ ਟੈਬਲੇਟ ਕਿਸੇ ਪੇਸ਼ੈਂਟ ਨੂੰ ਸੈੱਟ ਆਉਂਦੀ ਹੈ, ਕਿਸੇ ਨੂੰ ਨਹੀਂ ਵੀ ਕੰਟਰੋਲ ਕਰਦੀ ਉਹਦਾ, ਬਿਕੋਜ਼ ਸਾਰਿਆਂ ਦੀ ਬਾਡੀ ਸੇਮ ਨਹੀਂ ਹੁੰਦੀ। ਤਾਂ ਉਸ ਨੂੰ ਹਮੇਸ਼ਾ ਇੱਕ ਅੱਛੇ ਤਰੀਕੇ ਨਾਲ ਅੱਛੇ ਡਾਕਟਰ ਦੀ ਸਲਾਹ ਨਾਲ ਪ੍ਰੋਪਰਲੀ ਸ਼ੁਰੂ ਕਰਨਾ ਚਾਹੀਦਾ। ਪਲੱਸ ਉਹਨੂੰ ਰੈਗੂਲਰਲੀ ਚੈੱਕਅਪ ਜ਼ਰੂਰ ਕਰਾਉਣਾ ਚਾਹੀਦਾ, ਬਿਕੋਜ਼ ਹਾਈਪਰਟੈਂਸ਼ਨ ਇੱਥੇ ਹੀ ਮੈਂ ਆਉਣਾ ਆਈ ਕੁਐਸਚਨ ਤੇ। ਤਕਦੀਰ ਦਾ ਕੁਐਸਚਨ ਹੈ ਇਜ਼ ਹਾਈਪਰਟੈਂਸ਼ਨ ਕਿਉਰੇਬਲ? ਕਿਉਰੇਬਲ ਟਰਮ ਮੈਂ ਇਸ ਵਾਸਤੇ ਕਹੂੰਗਾ ਜੋ ਸਟ੍ਰੈਸਫੁਲ ਪੀਰੀਅਡਸ 'ਚ ਹੁੰਦੀ ਹੈ ਜੋ ਹਾਈਪਰਟੈਂਸ਼ਨ, ਉਹ ਕਿਉਰ ਹੋ ਸਕਦੀ ਹੈ। ਜਿਵੇਂ ਅਗਰ ਕਿਸੇ ਯੰਗ ਪੇਸ਼ੈਂਟ ਨੂੰ, ਜਿਵੇਂ ਮੰਨ ਲਓ ਕਿਸੇ ਦਾ ਐਗਜ਼ਾਮ ਹੈ, ਕੋਈ 24 25 15 20 ਸਾਲਾਂ ਦੀ ਉਮਰ ਦਾ ਕੋਈ ਬੰਦਾ ਹੈ, ਉਹਦੇ ਐਗਜ਼ਾਮਸ ਹੈ ਜਾਂ ਕੋਈ ਇੰਟਰਵਿਊ ਹੈ, ਉਹਦਾ BP ਜ਼ਿਆਦਾ ਰਹਿ ਸਕਦਾ, ਕਾਫੀ ਦੇਰ ਤੱਕ ਰਹਿ ਸਕਦਾ ਈਵਨ। ਬਟ ਜਦੋਂ ਹੀ ਉਹਦਾ ਉਹ ਪਾਸ ਆਊਟ ਹੋ ਜਾਏਗਾ ਚੀਜ਼, ਜਾਂ ਫਿਰ ਉਹਦਾ ਆਪਾਂ ਸਟ੍ਰੈਸ ਕੰਟਰੋਲ ਕਰ ਲਾਂਗੇ ਤਾਂ ਉਹਦਾ BP ਕਿਉਰੇਬਲ ਹੋ ਸਕਦਾ। ਬਟ ਯੂਜੂਅਲੀ ਜੋ 올ਡ ਏਜ ਪੇਸ਼ੈਂਟਸ ਹੁੰਦੇ ਆ ਜਿਹਨੂੰ ਮੈਂ ਅਸੈਂਸ਼ੀਅਲ ਹਾਈਪਰਟੈਂਸ਼ਨ, ਮਤਲਬ ਅਸੈਂਸ਼ੀਅਲ ਦਾ ਮਤਲਬ ਹੈ ਜੋ ਚੀਜ਼ ਆਣੀ ਹੀ ਸੀ ਉਮਰ ਦੇ ਨਾਲ, ਅਗਰ ਉਹ ਪੇਸ਼ੈਂਟ ਨੂੰ ਸਫਰਡ ਹੋ ਰਿਹਾ ਪੇਸ਼ੈਂਟ ਉਹਦੇ ਨਾਲ ਅਸੈਂਸ਼ੀਅਲ ਹਾਈਪਰਟੈਂਸ਼ਨ ਨਾਲ, ਤਾਂ ਉਹ ਯੂਜੂਅਲੀ ਕਿਉਰ ਨਹੀਂ ਹੋ ਪਾਉਂਦੀ। ਪੂਰੀ ਤਰ੍ਹਾਂ ਕਿਉਰ ਹੋਣਾ ਬਹੁਤ ਮੁਸ਼ਕਿਲ ਹੈ। ਪਲੱਸ ਅਗਰ ਤੁਸੀਂ ਆਪਦਾ ਡਾਈਟ ਪ੍ਰੋਪਰਲੀ ਮੋਡੀਫਾਈ ਕਰ ਲਓ, ਪਲੱਸ ਐਕਸਰਸਾਈਜ਼ ਰੂਟੀਨਲੀ, ਪਲੱਸ ਮੈਡੀਟੇਸ਼ਨ ਦਾ ਵੀ ਬਹੁਤ ਵਧੀਆ ਰੋਲ ਹੈ ਇਹਦੇ ਵਿੱਚ ਹਾਈਪਰਟੈਂਸ਼ਨ ਕੰਟਰੋਲ। ਬਿਕੋਜ਼ ਮੋਸਟਲੀ ਜੋ ਰੀਜ਼ਨ ਹੈ BP ਦਾ, ਵਨ ਆਫ ਦਾ ਮੋਸਟ ਇੰਪੋਰਟੈਂਟ ਰੀਜ਼ਨ ਦੈਟ ਇਜ਼ ਸਟ੍ਰੈਸ ਓਨਲੀ। ਤਾਂ ਉਹ ਸਟ੍ਰੈਸ ਵੀ ਜ਼ਿਆਦਾ ਇੰਪੋਰਟੈਂਟ ਹੈਗਾ। ਪਲੱਸ ਅੰਡਰਲਾਈਨ ਜੋ ਵੀ ਬੋਡੀ 'ਚ ਚੇਂਜਸ ਚੱਲ ਰਹੇ ਉਹ ਤਾਂ ਹੈ ਹੀ ਹੈ, ਪਲੱਸ ਸਟ੍ਰੈਸ ਵੀ ਬਹੁਤ ਇੰਪੋਰਟੈਂਟ ਫੈਕਟਰ ਹੈ। ਮੈਡੀਟੇਸ਼ਨ ਨਾਲ ਪਲੱਸ ਲਾਈਫ ਸਟਾਈਲ ਮੋਡੀਫਿਕੇਸ਼ਨ, ਜਿਵੇਂ ਖਾਣਾ ਚੇਂਜ ਕਰਕੇ ਜਾਂ ਐਕਸਰਸਾਈਜ਼ਸ ਨਾਲ ਆਪਾਂ ਜ਼ਰੂਰ ਕੰਟਰੋਲ ਕਰ ਸਕਦੇ ਹਾਂ, ਕਿਉਰ ਵੀ ਕਰ ਸਕਦੇ ਹਾਂ ਈਵਨ ਕੁਝ % ਕੇਸਿਸ 'ਚ। ਤਾਂ ਉਹ ਸਟ੍ਰਿਕਟ ਡਾਈਟ ਫੋਲੋ ਕਰਨਾ ਜ਼ਰੂਰੀ ਹੈ, ਪਲੱਸ ਡੇਲੀ ਰੂਟੀਨ। ਨੀਆ, ਸ਼ਾਇਦ ਤੁਸੀਂ ਮਿਸ ਕਰਤਾ, ਹਾਈ BP ਦੇ ਬਹੁਤ ਸਾਰੇ ਇਫੈਕਟਸ ਆ। ਮੈਂ ਇੱਕ ਵਾਰੀ ਦੁਬਾਰਾ ਤੁਹਾਨੂੰ ਸਲਾਈਡ ਦਿਖਾ ਦੇਣਾ ਕੀ ਇਫੈਕਟਸ ਹੋ ਸਕਦੇ ਹਾਈ BP ਦੇ। ਤਾਂ ਹਾਈ BP ਦਾ ਦੇਖੋ, ਸਭ ਤੋਂ ਪਹਿਲਾਂ ਸਟ੍ਰੋਕ ਦਾ ਮਤਲਬ ਹੈ ਅਧਰੰਗ। ਇਹ ਬਹੁਤ ਜ਼ਿਆਦਾ ਕਾਮਨ ਹੈ ਹਾਈ BP ਵਾਲੇ ਪੇਸ਼ੈਂਟਸ 'ਚ। ਦੈਨ ਵਿਜ਼ਨ ਲੌਸ, ਅੱਖ ਦਾ ਇੱਕੋ ਦਮ ਰੋਸ਼ਨੀ ਚਲੀ ਜਾਂਦੀ ਹੈ ਪੇਸ਼ੈਂਟ ਦੀ, ਬਿਕੋਜ਼ ਹਾਈ BP ਕਰਕੇ ਇੱਕੋ ਦਮ ਪੇਸ਼ੈਂਟ ਦੇ ਅੱਖਾਂ ਦੇ ਪਿਛਲੇ ਪਾਸੇ ਜੋ ਉਹਨਾਂ ਦੀਆਂ ਨਾੜਾਂ ਹੁੰਦੀਆਂ ਉਹਨਾਂ ਵਿੱਚ ਬਲੀਡਿੰਗ ਸ਼ੁਰੂ ਹੋ ਜਾਂਦੀ ਹੈ, ਅਤੇ ਉਹਦੇ ਨਾਲ ਪੇਸ਼ੈਂਟ ਇੱਕੋ ਦਮ ਆਪਦੀ ਅੱਖਾਂ ਦੀ ਰੋਸ਼ਨੀ ਗਵਾ ਬੈਂਦਾ। ਫਿਰ ਹਾਰਟ ਅਟੈਕ, ਦਿਲ ਦਾ ਦੌਰਾ ਆ ਸਕਦਾ ਬਹੁਤ ਕਾਮਨਲੀ, ਪਲੱਸ ਕਿਡਨੀ ਫੇਲੀਅਰ, ਕਿਡਨੀ ਦਾ ਖਰਾਬ ਹੋਣਾ।
ਇਹ ਬਹੁਤ ਜ਼ਿਆਦਾ ਕਾਮਨ ਹੈ ਬੀਪੀ ਵਾਲੇ ਪੇਸ਼ੈਂਟਸ ਦਾ। तो ये सारे बहुत सारे इफेक्ट्स और भी है जो मैं डायग्रामेटिकली शो नहीं कर सकता, बट स्टिल ये है, और इस तो भी ज़्यादा ने। होम्योपैथी राइट है ਜਾਂ ਨਹੀਂ, ਜੇ ਗਿਲ ਮੈਂ ਇਹਦੇ ਬਾਰੇ ਕਮੈਂਟ ਨਹੀਂ ਕਰ ਸਕਦਾ ਬਿਕੋਜ਼ ਮੈਂ ਪੜ੍ਹਿਆ ਨਹੀਂ ਹੈ ਹੋਮਿਓਪੈਥੀ, ਪਲੱਸ ਕਾਫੀ ਪੇਸ਼ੈਂਟਸ ਮੇਰੇ ਕੋਲ ਆਉਂਦੇ ਵੀ ਹੈ ਕਿ ਹਾਂ ਹੋਮਿਓਪੈਥੀ ਨਾਲ ਅਸੀਂ ਠੀਕ ਹਾਂ ਜਾਂ ਜੋ ਵੀ ਹੈ, ਬਟ ਮੈਂ ਇਹਦੇ ਬਾਰੇ ਨਹੀਂ ਕਮੈਂਟ ਕਰ ਸਕਦਾ ਕਿ ਹੋਮਿਓਪੈਥੀ ਠੀਕ ਹੈ ਕਿ ਨਹੀਂ ਹੈ। Which plants, fruits, veggies or herbs better for lowering down BP? BP ਚ as such diabetes ਵਾਂਗੂ ਐਵੇਂ ਨਹੀਂ ਹੁੰਦਾ ਕਿ ਹਾਂ ਇਹ ਵਾਲੇ ਫਰੂਟਸ ਕਰਕੇ ਜਾਂ ਇਹ ਵਾਲੇ ਚੀਜ਼ ਕਰਕੇ BP ਜ਼ਿਆਦਾ ਵੱਧਦਾ ਹੈ ਜਾਂ ਨਹੀਂ, ਐਵੇਂ ਦਾ ਕੁਝ ਨਹੀਂ ਹੈ। ਬੇਸਿਕਲੀ ਸ਼ੂਗਰੀ ਜਿਹੜੇ ਵੀ ਹੁੰਦੇ ਆ ਫਰੂਟਸ ਜਾਂ ਵੈਜੀਜ਼, ਫਰੂਟਸ ਮੋਸਟਲੀ ਅੰਗੂਰ ਹੋ ਗਏ ਜਾਂ ਸੰਤਰੇ ਹੋ ਗਏ, ਇਹਨਾਂ ਦਾ ਇਨਟੇਕ ਥੋੜ੍ਹਾ ਜਿਹਾ ਘੱਟ ਰੱਖਣਾ ਚਾਹੀਦਾ ਬਿਕੋਜ਼ ਇਹ ਡਾਇਬਟੀਜ਼ ਵਾਸਤੇ ਠੀਕ ਨਹੀਂ। ਤਾਂ ਓਬਵੀਅਸਲੀ ਸ਼ੂਗਰਸ ਅਗਰ weight gain ਜ਼ਿਆਦਾ ਹੋਏਗਾ, ਜਿੰਨੇ ਵੀ ਸ਼ੂਗਰ ਵਾਲੇ ਜਿੰਨੇ ਵੀ ਫਰੂਟਸ ਹੁੰਦੇ ਜਿਨ੍ਹਾਂ 'ਚ ਬਹੁਤ ਜ਼ਿਆਦਾ ਮਿੱਠਾ ਹੁੰਦਾ, ਉਹ ਫਰੂਟਸ ਓਬਵੀਅਸਲੀ ਤੁਹਾਡਾ weight gain ਕਰਨਗੇ, ਵਜ਼ਨ ਵਧਾਉਣਗੇ, ਤਾਂ ਉਹ ਚੀਜ਼ ਠੀਕ ਨਹੀਂ ਹੁੰਦੀ। ਪਲੱਸ ਇੱਕ ਸਪੈਸ਼ਲੀ ਮੈਂਸ਼ਨ ਕਰੂੰਗਾ ਬੈਰੀਜ਼ ਜਿਹੜੀਆਂ ਹੁੰਦੀਆਂ, ਜਿਵੇਂ ਬਲੂਬੈਰੀ ਹੋ ਗਈ ਜਾਂ ਸਟ੍ਰਾਬੈਰੀ ਹੋ ਗਈ ਜਾਂ ਹੋਰ ਜਾਮਨ ਵਾਲੀਆਂ ਬੈਰੀਜ਼ ਹੋ ਗਈਆਂ, ਇਹ ਸਾਰੀਆਂ ਬੈਰੀਜ਼ ਜੋ ਹੁੰਦੀਆਂ ਇਹ ਹਾਈਪਰਟੈਂਸ਼ਨ ਵਾਲੇ ਪੇਸ਼ੈਂਟਸ ਵਾਸਤੇ ਬਹੁਤ ਵਧੀਆ ਹੁੰਦੀਆਂ। ਤਾਂ ਬੈਰੀਜ਼ ਨਾਲ ਹਾਈਪਰਟੈਂਸ਼ਨ ਕੁਝ ਹੱਦ ਤੱਕ, ਮਤਲਬ ਮੈਂ ਆ ਨਹੀਂ ਕਹਿ ਸਕਦਾ ਕਿ ਅਗਰ ਤੁਹਾਡਾ BP 180 170 ਰਹਿੰਦਾ ਹੈ ਤਾਂ ਹਾਂ ਉਹ 120 ਤੇ ਆ ਜਾਏਗਾ, ਇਹ ਨਹੀਂ ਪੋਸੀਬਲ। ਬਟ ਹਾਂ ਅਗਰ ਆ ਹੈ ਕਿ 135 36 ਰਹਿੰਦਾ ਤਾਂ ਉਹ 130 ਤੋਂ ਜ਼ਰੂਰ ਆ ਸਕਦਾ। ਉਹ ਵੀ ਮੋਡੀਫਾਈ, ਉਹ ਵੀ ਐਵੇਂ ਨਹੀਂ ਹੈਗਾ ਕਿ ਹਾਂ ਤੁਸੀਂ ਇੱਕ ਦਿਨ ਸਟ੍ਰਾਬੇਰੀ ਖਾਧੀ ਜਾਂ ਬਲੂਬੈਰੀ ਬਲੈਕਬੈਰੀ ਖਾਧੀ ਤਾਂ ਠੀਕ ਹੋ ਗਏ, ਐਦਾਂ ਮਤਲਬ ਨਹੀਂ ਹੈ ਉਸ ਚੀਜ਼ ਦਾ। ਮਤਲਬ ਹਾਂ ਇਹ ਹੈਲਪ ਕਰਦੀਆਂ ਹੈ ਬਿਕੋਜ਼ ਇੱਕ ਬੈਟਰ ਲਾਈਫ ਸਟਾਈਲ ਹੈ। ਅਗਰ ਤੁਸੀਂ ਹੋਰ ਮਤਲਬ ਪਕੌੜੇ ਐਂਡ ਚਾਹ ਪਕੌੜੇ ਇਹ ਨਹੀਂ ਖਾ ਰਹੇ, ਪਲੱਸ ਬੈਰੀਜ਼ ਖਾ ਰਹੇ ਹੋ ਉਹਨਾਂ ਦੀ ਬਜਾਏ, ਤਾਂ ਉਹ ਤਾਂ ਬੈਟਰ ਹੀ ਹੈ। ਉਹਨਾਂ ਨਾਲ ਜ਼ਿਆਦਾ ਚਾਂਸਿਸ ਹੈ ਕਿ ਹਾਂ ਉਹ ਵੱਧ ਜਾਏ, BP ਜ਼ਿਆਦਾ ਵਧਣ ਦੇ ਚਾਂਸਿਸ ਹੈ ਰਾਦਰ ਦੈਨ ਘਟਣ ਦੇ। ਤਾਂ ਇਹਨਾਂ ਨਾਲ ਥੋੜ੍ਹਾ ਜਿਹਾ ਬੈਟਰ, ਕਿਉਂਕਿ ਬੋਡੀ ਕਿਉਂਕਿ ਇਹਨਾਂ 'ਚ ਐਂਟੀਆਕਸੀਡੈਂਟਸ ਜ਼ਿਆਦਾ ਹੁੰਦੇ, ਬੇਸਿਕਲੀ ਐਂਟੀਆਕਸੀਡੈਂਟਸ ਫਰੂਟਸ 'ਚ ਜ਼ਿਆਦਾ ਹੁੰਦੇ ਆ, ਪਲੱਸ ਆ ਬੈਰੀਜ਼ 'ਚ ਬਹੁਤ ਜ਼ਿਆਦਾ ਹੁੰਦੇ ਆ ਐਂਟੀਆਕਸੀਡੈਂਟ। ਟਮੈਟੋਜ਼ ਹੋ ਗਏ, ਬੈਰੀਜ਼ ਹੋ ਗਈਆਂ, ਸਟ੍ਰਾਬੇਰੀ ਬਲੂਬੈਰੀ ਬਲੈਕਬੈਰੀ, ਇਹ ਸਾਰੀਆਂ 'ਚ ਜ਼ਿਆਦਾ ਹੁੰਦੇ ਆ, ਤਾਂ ਉਹ ਜ਼ਰੂਰ ਖਾ ਸਕਦਾ ਪੇਸ਼ੈਂਟ। ਐਂਟੀਆਕਸੀਡੈਂਟਸ ਜਿੰਨੇ ਚੰਗੇ ਆ ਉਹ ਲਏ ਉਨੇ ਬੈਟਰ ਹੈ। ਪਲੱਸ ਗ੍ਰੀਨ ਟੀ ਜਿਵੇਂ ਹੋ ਗਈ, ਉਹਨਾਂ 'ਚ ਵੀ ਐਂਟੀਆਕਸੀਡੈਂਟਸ ਬਹੁਤ ਜ਼ਿਆਦਾ ਹੁੰਦੇ ਆ ਗ੍ਰੀਨ ਟੀ 'ਚ, ਤਾਂ ਉਹ ਬੈਟਰ ਹੈ। ਹਾਈਪਰਟੈਂਸ਼ਨ ਕੁਝ ਹੱਦ ਤੱਕ ਕੰਟਰੋਲ ਹੋ ਸਕਦੀ ਹੈ, ਬਟ ਇਹਨਾਂ ਨੂੰ ਐਵੇਂ ਟਰੀਟਮੈਂਟ ਦੀ ਤਰ੍ਹਾਂ ਨਹੀਂ ਲੈਣਾ ਚਾਹੀਦਾ। ਮੈਂ ਆ ਕਹੂੰਗਾ ਅਗਰ ਤੁਸੀਂ ਬਹੁਤ ਜ਼ਿਆਦਾ ਟਾਈਮ ਤੋਂ BP ਤੋਂ ਪਰੇਸ਼ਾਨ ਹੋ, BP ਵੱਧਦਾ ਹੀ ਹੈ ਤੁਹਾਡਾ, ਪਲੱਸ ਪਰੇਸ਼ਾਨ ਨਹੀਂ ਹੋ ਬਿਕੋਜ਼ ਕਈ ਵਾਰੀ ਪੇਸ਼ੈਂਟ ਨੂੰ ਪਤਾ ਵੀ ਨਹੀਂ ਲੱਗਦਾ ਕਿ ਉਹਦਾ BP 180 190 ਚੱਲ ਰਿਹਾ। ਇਨੀਸ਼ੀਅਲੀ ਸ਼ੁਰੂ 'ਚ ਜਦੋਂ ਸ਼ੁਰੂ ਹੁੰਦਾ BP, ਉਦੋਂ ਜ਼ਰੂਰ ਥੋੜਾ ਹੈਡੇਕ ਹੁੰਦਾ ਹੈ, ਅੱਖਾਂ ਦੇ ਪਿਛਲੇ ਪਾਸੇ ਭਾਰਾਪਨ ਰਹਿੰਦਾ ਹੈ, ਸਿਰ ਦੇ ਕਿਸੇ ਵੀ ਹਿੱਸੇ 'ਚ ਪੇਨ ਹੋ ਸਕਦਾ, ਪਰ ਕੁਝ ਟਾਈਮ ਬਾਅਦ ਉਹ ਪੇਨ ਵਗੈਰਾ ਸਭ ਸਬਸਾਈਡ ਹੋ ਜਾਂਦਾ, ਸਭ ਚਲਾ ਜਾਂਦਾ, ਬਸ ਪੇਸ਼ੈਂਟ ਦਾ BP ਰਹਿ ਜਾਂਦਾ। ਤਾਂ ਉਹ BP 170 180 ਤੱਕ ਹੁੰਦਾ, ਪਰ ਪੇਸ਼ੈਂਟ ਨੂੰ ਕਈ ਵਾਰੀ ਨਹੀਂ ਪਤਾ ਲੱਗਦਾ। ਮੇਰੇ ਕੋਲ ਬਹੁਤ ਸਾਰੇ ਪੇਸ਼ੈਂਟਸ ਹੈ ਜੋ 220 230 BP ਤੇ ਚੱਲਦੇ ਆਉਂਦੇ ਆ, ਬਟ ਉਹਨਾਂ ਨੂੰ ਆ ਨਹੀਂ ਪਤਾ ਕਿ ਉਸ ਚੀਜ਼ ਦਾ ਅਗਰ ਉਹ ਹੋਰ ਜ਼ਿਆਦਾ ਲੇਟ ਕਰਦੇ ਜਾਂ ਮੇਬੀ ਉਹ ਨਾ ਆ ਪਾਉਂਦੇ ਤਾਂ ਹੋ ਸਕਦਾ ਉਹ ਲਕਵੇ ਦਾ ਸ਼ਿਕਾਰ ਜਾਂ ਹਾਰਟ ਫੇਲੀਅਰ ਹਾਰਟ ਅਟੈਕ ਦਾ ਸ਼ਿਕਾਰ ਹੋ ਸਕਦੇ ਸੀਗੇ। ਉਹ ਲੱਕੀ ਨੇ ਜੋ ਪੇਸ਼ੈਂਟ ਡਾਕਟਰਸ ਕੋਲ ਆ ਗਏ ਤੇ ਉਸ ਤੋਂ ਬਾਅਦ ਉਹਨਾਂ ਦਾ ਕੰਟਰੋਲ ਹੋ ਗਿਆ BP। ਤਾਂ ਇਹ ਜ਼ਰੂਰ ਸਮਝਾਉਣਾ ਚਾਹੁੰਦਾ ਕਿ ਅਗਰ ਤੁਹਾਡਾ BP ਕਾਫੀ ਟਾਈਮ ਤੋਂ ਵੱਧ ਰਿਹਾ ਹੈ, ਤੁਸੀਂ ਉਸ BP ਕਰਕੇ ਬਹੁਤ ਟਾਈਮ ਤੋਂ ਅਗਰ ਪ੍ਰੋਬਲਮਸ ਚੱਲ ਰਹੇ ਹੋ, ਅਗਰ ਤੁਹਾਡਾ BP ਅਗਰ 180 190 ਚੱਲ ਰਿਹਾ ਤੇ ਤੁਸੀਂ ਉਸ ਨੂੰ ਇਗਨੋਰ ਕਰ ਰਹੇ ਹੋ, ਤਾਂ ਇਸ ਤੋਂ ਵੱਡੀ ਗਲਤੀ ਤੁਸੀਂ ਨਹੀਂ ਕਰ ਸਕਦੇ ਲਾਈਫ 'ਚ ਆਪਦੀ, ਬਿਕੋਜ਼ ਉਹਦਾ ਇਫੈਕਟ ਅੰਦਰ ਕੀ ਹੋ ਰਿਹਾ ਤੁਹਾਨੂੰ ਉਹ ਚੀਜ਼ ਉਦੋਂ ਪਤਾ ਲੱਗੇਗੀ ਜਦੋਂ ਤੁਸੀਂ ਬਹੁਤ ਜ਼ਿਆਦਾ ਲੇਟ ਹੋ ਚੁੱਕੇ ਹੋ। ਤਾਂ ਹੀ ਤਾਂ ਲਾਸਟ ਨੋਟ ਆਹੀ ਕਹਿ ਰਿਹਾ, ਅਗਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ BP ਤੋਂ ਪ੍ਰੋਬਲਮ ਆ ਰਹੀਆਂ ਤੁਹਾਨੂੰ, ਜਾਂ ਫਿਰ ਤੁਸੀਂ BP ਤੋਂ ਪ੍ਰੋਬਲਮ ਫੇਸ ਕਰ ਰਹੇ ਹੋ ਜਾਂ ਤੁਸੀਂ ਇਗਨੋਰ ਕਰ ਰਹੇ ਹੋ ਉਸਨੂੰ, ਤਾਂ ਉਹ ਨਾ ਕਰੋ, ਡਾਕਟਰ ਨੂੰ ਆ ਕੇ ਮਿਲੋ। ਮੈਂ ਰੋਜ਼ ਵੀਕਡੇਜ਼ 'ਤੇ ਅਵੇਲੇਬਲ ਰਹਿਣਾ, ਮੰਡੇ ਟੂ ਸੈਟਰਡੇ ਫਰੋਮ 9 AM to 5 PM, ਤਾਂ ਤੁਸੀਂ ਮੈਨੂੰ ਆ ਕੇ ਮਿਲ ਸਕਦੇ ਹੋ। BP ਦੀ ਪ੍ਰੋਬਲਮ, ਸ਼ੂਗਰ ਦੀ, ਸਾਹ ਦੀ, ਕੋਈ ਵੀ ਹੋਰ ਪ੍ਰੋਬਲਮ ਨਾਲ ਅਗਰ ਤੁਸੀਂ ਸਫਰ ਕਰ ਰਹੇ ਹੋ ਤਾਂ ਤੁਸੀਂ ਮੈਨੂੰ ਆ ਕੇ ਮਿਲ ਸਕਦੇ ਹੋ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ। ਨੈਕਸਟ ਸੈਸ਼ਨ ਦੀ ਫੇਸਬੁੱਕ 'ਤੇ ਮੈਂ ਜ਼ਰੂਰ ਤੁਹਾਨੂੰ ਮਿਲ ਜੇਗੀ ਉਸ ਦੀ ਪਹਿਲੇ ਹੀ ਇੰਟੀਮੇਸ਼ਨ,
ਤਾਂ ਜ਼ਰੂਰ ਅਗਲਾ ਸੈਸ਼ਨ ਵੀ ਜ਼ਰੂਰ ਦੇਖਣਾ ਹੈ। ਪਲੱਸ ਲੋਕਾਂ ਨੂੰ ਅੱਗੇ ਵੀ ਇਸ ਚੀਜ਼ ਨਾਲ ਅੱਗੇ ਵੀ ਵਧਾਉਣਾ ਹੈ ਕਿ ਹਾਂ ਕੁਝ ਅੱਛੀ ਚੀਜ਼ਾਂ ਪਤਾ ਲੱਗਦੀਆਂ ਆਪਾਂ ਨੂੰ ਇਸ ਸੈਸ਼ਨਸ ਤੋਂ, ਤਾਂ ਜ਼ਰੂਰ ਦੇਖਣਾ। ਇੱਕ ਲਾਸਟ ਕੁਐਸਚਨ ਹੈ ਸਰ, ਐਨੀ ਇੰਪੈਕਟ ਆਫ ਵੈਦਰ ਕੰਡੀਸ਼ਨ? ਵੈਦਰ बेसिकली ऑल इज लिंक टू स्ट्रेस। अगर वेदर बहुत ज़्यादा बैड है, मान लो बहुत ज़्यादा सर्दियाँ हैं या बहुत ज़्यादा गर्मियाँ हैं, मान लो जो एक नॉर्मल बंदे वास्ते भी स्ट्रेसफुल है, ਤਾਂ ਉਹ ਚੀਜ਼ ਇੱਕ ਅਗਰ ਆਲਰੇਡੀ ਹਾਈਪਰਟੈਂਸ਼ਨ ਦਾ ਪੇਸ਼ੈਂਟ ਹੈ ਤਾਂ ਉਹਦੇ ਵਾਸਤੇ ਹੋਰ ਵੀ ਸਟ੍ਰੈਸਫੁਲ ਹੋ ਸਕਦੀਆਂ। ਤਾਂ ਜਿੰਨਾ ਜ਼ਿਆਦਾ ਵੈਦਰ ਖਰਾਬ ਹੋਏਗਾ, ਐਕਸਟ੍ਰੀਮਸ 'ਚ ਹੋਏਗਾ, ਉਨਾ ਜ਼ਿਆਦਾ ਸਟ੍ਰੈਸ ਵਧੇਗਾ ਬਾਡੀ 'ਤੇ, ਉਨਾ ਹੀ ਚਾਂਸਿਸ ਹੈ ਕਿ ਉਸ ਪੇਸ਼ੈਂਟ ਨੂੰ ਹਾਈਪਰਟੈਂਸ਼ਨ ਵੱਧ ਸਕਦੀ ਹੈ, ਬੀਪੀ ਵੱਧ ਸਕਦਾ, ਬਿਲਕੁਲ ਵੈਦਰ ਦਾ ਇਫੈਕਟ ਹੋ ਸਕਦਾ। ਸੋ ਠੀਕ ਹੈ, तो नेक्स्ट सेशन च मिलते हैं। ओके जी।